ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਔਰ ਗੁਰਮਤਿ ਐਜੂਕੇਸ਼ਨ ਮਿਸ਼ਨ ਵੱਲੋਂ ਸਾਂਝੀ ਚੱਲ ਰਹੀ ਗੁਰਮਤਿ ਕਲਾਸ ਵਿੱਚ ਸਾਰੇ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਮੈਂ ਆਪ ਜੀ ਤੋਂ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਅਸੀਸ ਬਖਸ਼ੋ ਜੀ। ਆਓ ਅੱਜ ਦਾ ਵਿਸ਼ਾ ਆਰੰਭ ਕਰੀਏ। ਗਾਡੀ ਰਾਹ। ਗਾਡੀ ਰਾਹ ਦਾ ਮਤਲਬ ਜੋ ਅਸੀਂ ਗੁਰਬਾਣੀ ਤੋਂ ਅਗਰ ਸੇਧ ਲਈਏ ਤਾਂ ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਦਾ ਇੱਕ ਸ਼ਬਦ ਹੈ 667 ਅੰਕ ਦੇ ਉੱਪਰ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੇ ਗੁਰਸਿੱਖ ਮਿੱਤਰੋ, ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ। ਤੇ ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ ਤੇ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ, ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਇੱਕ ਅਨੋਖੀ ਤਬਦੀਲੀ ਜੀਵਨ ਵਿੱਚ ਪੈਦਾ ਕਰਦੀ ਹੈ। ਤੋ ਇਸੇ ਗੱਲ ਨੂੰ ਹੀ ਭਾਈ ਗੁਰਦਾਸ ਜੀ ਨੇ ਵੀ ਆਪਣੀ 40ਵੀਂ ਪੌੜੀ ਦੀ ਜੋ ਵਾਰ ਹੈ 11ਵੀਂ ਪੌੜੀ ਜਿਹੜੀ ਹੈ 40ਵੀਂ ਵਾਰ ਦੀ, ਉਹਦੇ 'ਚ ਲਿਖਿਆ ਹੈ ਕਿ ਗੁਰਮੁਖ ਗਾਡੀ ਰਾਹ ਚੱਲੰਦਾ। ਕਿ ਗੁਰੂ ਕਾ ਸਿੱਖ ਜਿਹੜਾ ਹੈ ਗੁਰੂ ਦੇ ਦੱਸੇ ਰਸਤੇ ਦੇ ਉੱਪਰ ਚੱਲਦਾ ਹੈ। ਔਰ ਇਸ ਪੌੜੀ ਦੇ ਅੰਦਰ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਵਾਲੀ ਸਾਰੀ ਗੱਲ ਜਿਹੜੀ ਹੈ ਉਹ ਪੂਰੀ ਉਸੇ ਤਰੀਕੇ ਨਾਲ ਸਮਝਾਈ ਗਈ ਹੈ। ਤੋ ਚੌਥੇ ਪਾਤਸ਼ਾਹ ਨੇ ਵੀ ਇਹੀ ਗੱਲ ਕਹੀ ਹੈ, ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਾ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਤੋ ਇਹ ਗੁਰੂ ਮਹਾਰਾਜ ਦੀ ਗੁਰਬਾਣੀ ਦੇ ਵਿੱਚੋਂ ਹਦਾਇਤਾਂ ਔਰ ਭਾਈ ਗੁਰਦਾਸ ਜੀ ਨੇ ਜੋ ਗੁਰਮੁਖ ਗਾਡੀ ਰਾਹ ਚਲੰਦਾ ਦੀ ਗੱਲ ਕਹੀ ਹੈ, ਉਹਦੇ ਤੋਂ ਹੀ ਅੱਜ ਦਾ ਜੋ ਵਿਸ਼ਾ ਹੈ ਉਸ ਦਾ ਅਸੀਂ ਚੋਣ ਕੀਤੀ ਹੈ ਕਿ ਗੁਰਮੁਖ ਜੋ ਉਹ ਗਾਡੀ ਰਾਹ ਕੀ ਹੈ ਔਰ ਗਾਡੀ ਰਾਹ ਦੀ ਪਛਾਣ ਕਿਵੇਂ ਕਰਨੀ ਹੈ ਔਰ ਗਾਡੀ ਰਾਹ ਤੇ ਤੁਰਨਾ ਕਿਵੇਂ। ਤੋ ਅੱਜ ਦੇ ਵਿਸ਼ੇ ਦੇ ਵਿੱਚ ਅਸੀਂ ਇਸ ਗੱਲ ਨੂੰ ਹੀ ਵਿਚਾਰਨਾ ਹੈ। ਗੁਰੂ ਸਾਹਿਬ ਨੇ ਆਪ ਹੀ ਆਪਣੇ ਜੀਵਨ ਦੇ ਅੰਦਰ ਜੋ ਪੂਰਨੇ ਪਾਏ ਹਨ, ਉਹਨਾਂ ਪੂਰਨਾਂ ਦੇ ਉੱਪਰ ਚੱਲਣਾ ਹੀ ਗਾਡੀ ਰਾਹ ਦੇ ਉੱਪਰ ਚੱਲਣਾ ਹੈ। ਤੋ ਇਸ ਤੋਂ ਪਹਿਲਾਂ ਕਿ ਅਸੀਂ ਗਾਡੀ ਰਾਹ ਦੀ ਗੱਲ ਕਰੀਏ, ਪਹਿਲਾਂ ਇਹ ਸਮਝੀਏ ਗਾਡੀ ਰਾਹ ਹੁੰਦਾ ਕੀ ਹੈ। ਪਿੰਡਾਂ ਥਾਵਾਂ ਦੇ ਵਿੱਚ ਕੱਚੀਆਂ ਸੜਕਾਂ ਹੁੰਦੀਆਂ ਸਨ ਤੇ ਜਿਹੜੇ ਬੈਲ ਹੁੰਦੇ ਸਨ ਉਹਨਾਂ ਨੂੰ ਖੇਤ ਵਾਲੇ ਪਾਸੇ ਲਿਜਾਣਾ ਹੁੰਦਾ ਸੀ। ਤੇ ਉਹ ਜਿਸ ਵੇਲੇ ਖੇਤ ਵੱਲ ਨੂੰ ਜਾਣਾ ਹੁੰਦਾ ਸੀਗਾ ਤੇ ਉਹ ਡੰਗਰ ਜਿਹੜੇ ਹੁੰਦੇ ਸਨ, ਬੈਲ ਇਤਿਆਦਿ, ਉਹ ਰਸਤੇ 'ਚ ਫਸਲਾਂ ਨੂੰ ਮੂੰਹ ਮਾਰਦੇ ਸਨ। ਜਿਹੜੀ ਵੀ ਫਸਲ ਆਏ ਨੇ ਉਹਨੂੰ ਚੱਬ ਲੈਣਾ ਉਹਨਾਂ ਨੇ। ਤੋ ਸਿਆਣੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਗੱਡੇ ਦੇ ਨਾਲ ਉਹਨਾਂ ਨੂੰ ਜੋੜਨਾ ਤੇ ਉਸ ਨੂੰ ਰਸਤੇ ਤੇ ਪਹੇ ਤੇ ਉਹਨੂੰ ਪਿਆ ਕਿਹਾ ਜਾਂਦਾ, ਪਹੇ ਤੇ ਚਲਾਣਾ, ਰਸਤੇ ਤੇ ਚਲਾਣਾ। ਤੇ ਉਹਨਾਂ ਦੇ ਉਹ ਗੱਡਿਆਂ ਦੇ ਚੱਲਣ ਕਰਕੇ ਜ਼ਮੀਨ ਦੇ ਵਿੱਚ ਇੱਕ ਡੂੰਘ ਜਿਹਾ ਪੈ ਜਾਂਦਾ ਸੀਗਾ। ਤੇ ਉਸ ਡੂੰਘ ਦੇ ਵਿੱਚ ਜਦੋਂ ਇੱਕ ਵਾਰੀ ਉਸ ਗੱਡੇ ਨੂੰ ਪਾ ਦਿੰਦੇ ਸਨ ਤਾਂ ਉਹ ਬੈਲ ਭਾਵੇਂ ਖੱਬੇ ਸੱਜੇ ਜਾਣ ਦੀ ਕੋਸ਼ਿਸ਼ ਕਰਦਾ ਸੀ, ਲੇਕਿਨ ਉਹ ਪਹੀਆਂ ਦੀ ਡੂੰਘਾਈ ਹੋਣ ਕਰਕੇ ਉਹ ਖੱਬੇ ਸੱਜੇ ਨਹੀਂ ਸੀ ਜਾਂਦਾ ਤੇ ਉਹ ਸਿੱਧਾ ਰਸਤੇ ਦੇ ਉੱਪਰ, ਜਿਸ ਰਸਤੇ ਤੇ ਕਿਸਾਨ ਉਹਨੂੰ ਚਲਾਉਣਾ ਚਾਹੁੰਦਾ ਸੀਗਾ, ਉਸ ਰਸਤੇ ਦੇ ਉਹ ਸਹਿਜੇ ਹੀ ਚੱਲ ਜਾਂਦਾ ਸੀਗਾ। ਤੋ ਇਹ ਹੈ ਗਾਡੀ ਰਾਹ। ਮਤਲਬ ਗੱਡਿਆਂ ਦੇ ਚੱਲਣ ਦੇ ਜਿਹੜਾ ਰਾਹ ਦੇ ਨਾਲ ਜਿਹੜੇ ਨਿਸ਼ਾਨ ਬਣ ਜਾਂਦੇ ਹਨ, ਜਿਹੜੇ ਉਸ ਨੂੰ ਗਾਡੀ ਰਾਹ ਦੇ ਵਿੱਚ ਜਿਹੜਾ ਹੈ ਉਹ ਵਰਤਿਆ ਗਿਆ ਹੈ। ਤੋ ਇਹ ਮਨੁੱਖਾ ਜੀਵਨ ਦੇ ਨਾਲ ਵੀ ਇਸ ਦਾ ਸੰਬੰਧ ਹੈ
ਕਿ ਮਨੁੱਖਾ ਜੀਵਨ ਦਾ ਸਫ਼ਰ ਬੜਾ ਲੰਬਾ ਹੈ ਔਰ ਪਿਛਲੇ ਲੰਬੀਆਂ ਦੂਰੀਆਂ ਤੋਂ ਚੱਲਿਆ ਹੁੰਦਾ ਕਈ ਸਾਲਾਂ ਤੋਂ, ਔਰ ਉਸ ਆਪਣੇ ਜੀਵਨ ਦੇ ਵਿੱਚ ਜਿੱਥੇ ਪਿਛਲੀਆਂ ਆਪਣੇ ਪਾਸਟ ਨੂੰ ਗੱਲ ਕਰਦਾ ਹੈ, ਉੱਥੇ ਆਪਣੇ ਫਿਊਚਰ ਦੇ ਬਾਰੇ ਵੀ ਚਿੰਤਤ ਰਹਿੰਦਾ ਹੈ। ਔਰ ਇਹ ਜਿਹੜੀ ਆ ਉਹਦੀ ਪਿਛਲੇ ਪਾਸਟ ਨੂੰ ਵਾਲੇ ਪਾਸੇ ਦੀ ਚਿੰਤਾ ਔਰ ਫਿਊਚਰ ਦੀ ਚਿੰਤਾ ਦੇ ਵਿੱਚ ਹੀ ਉਹ ਗੁੰਮ ਹੋ ਕੇ ਰਹਿ ਜਾਂਦਾ ਹੈ। ਔਰ ਉਸ ਨੂੰ ਆਪਣੀ ਜ਼ਿੰਦਗੀ ਦੀ ਅੱਗੇ ਕੀ ਸੇਧ ਹੈ, ਕਿਸ ਰਸਤੇ ਚੱਲਣਾ ਹੈ, ਕਿਸ ਤਰ੍ਹਾਂ ਚੱਲਣਾ ਹੈ, ਇਹ ਉਸ ਨੂੰ ਸਮਝ ਨਹੀਂ ਆਉਂਦੀ ਹੈ। ਤੋ ਇਸ ਦਾ ਆਦ ਅੰਤ ਤੇ ਕੋਈ ਮਾਪਿਆ ਨਹੀਂ ਜਾ ਸਕਿਆ ਤੇ ਨਾ ਹੀ ਕੋਈ ਮਾਪ ਸਕੇਗਾ ਕਿ ਮਨੁੱਖ ਦਾ ਜਿਹੜਾ ਇਹ ਸਫ਼ਰ ਹੈ ਕਿੰਨਾ ਲੰਮਾ ਹੈ। ਮਨੁੱਖ ਸਦਾ ਮੱਧ ਵਿੱਚ ਇਸ ਨੂੰ ਤੱਕਦਾ ਹੈ ਔਰ ਉੱਥੇ ਹੀ ਖਲੋ ਕੇ ਅੱਗੇ ਪਿੱਛੇ ਦਾ ਅਨੁਮਾਨ ਕਰਦਾ ਹੈ। ਆਪ ਪ੍ਰੈਜ਼ੈਂਟ ਵਿੱਚ ਮਨੁੱਖ ਰਹਿੰਦਾ ਹੋਇਆ ਆਪਣੇ ਪਾਸਟ ਔਰ ਪ੍ਰੈਜ਼ੈਂਟ ਦੇ ਵਿੱਚ ਹੀ ਉਲਝਾ ਰਹਿੰਦਾ ਹੈ। ਅਨੁਮਾਨ ਦੁਆਰਾ ਹੀ ਉਸ ਨੂੰ ਇਹ ਸਮਝ ਪੈਂਦੀ ਹੈ ਤੇ ਉਹ ਉਤਾਵਲਾ ਹੋ ਜਾਂਦਾ ਹੈ ਕਿ ਕੁਝ ਉਹਦੇ ਜੀਵਨ ਦੇ ਵਿੱਚ ਪਿੱਛੇ ਵਾਪਰਿਆ ਹੁੰਦਾ ਪਾਸਟ ਵਿੱਚ, ਤੇ ਉਸ ਨੂੰ ਸੋਚ ਕੇ ਆਪਣੇ ਪ੍ਰੈਜ਼ੈਂਟ ਜ਼ਿੰਦਗੀ ਦੇ ਨਾਲ ਉਹਨੂੰ ਮੇਲ ਕਰਕੇ ਉਹ ਫਿਊਚਰ ਦੇ ਬੰਨ ਨੂੰ ਬੰਨਣਾ ਸ਼ੁਰੂ ਕਰਦਾ ਹੈ ਤੇ ਉਤਾਵਲਾ ਹੋ ਜਾਂਦਾ ਹੈ ਤੇ ਕਾਹਲਾ ਪੈਣ ਲੱਗ ਪੈਂਦਾ ਹੈ ਕਿ ਮੇਰੀ ਜ਼ਿੰਦਗੀ ਇੰਨੀ ਲੰਬੀ ਹੈ, ਸਫ਼ਰ ਇੰਨਾ ਲੰਮਾ ਹੈ, ਇਹ ਕਿਵੇਂ ਖਤਮ ਹੋਏਗਾ। ਤੇ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ ਔਰ ਸ਼ਾਰਟਕਟ ਲੱਭਣਾ ਚਾਹੁੰਦਾ ਹੈ। ਪਰ ਕਈ ਭੋਲੇ ਤਾਂ ਤੁਰਨ ਲਈ ਕਾਹਲੇ ਪੈਣ ਦੇ ਬਾਵਜੂਦ ਵੀ ਤਿਆਰੀ ਵਿੱਚ ਵੀ ਵਕਤ ਲਗਾ ਦਿੰਦੇ ਹਨ ਕਿ ਮੈਂ ਕਿਸ ਰਸਤੇ ਚੱਲਣਾ ਹੈ, ਕਿਹੜੀ ਮੱਤ ਨੂੰ ਧਾਰਨ ਕਰਨਾ ਹੈ, ਕਿਹੜੇ ਗੁਰੂ ਨੂੰ ਧਾਰਨ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕਿਹੜੀ ਤਰਤੀਬ ਵਰਤਣੀ ਹੈ। ਤੇ ਉਹ ਕੁਝ ਬੀਤ ਗਈ ਦਾ ਫਿਕਰ ਤੇ ਆਉਣ ਵਾਲੀ ਦਾ ਸਹਿਮ ਮਨ ਨੂੰ ਜਿਹੜਾ ਲਾ ਕੇ ਭੰਬਲ ਭੂਸੇ ਖਾਂਦੇ ਰਹਿੰਦੇ ਹਨ ਤੇ ਕਲੀਅਰ ਉਹਨਾਂ ਦਾ ਪਰਸੈਪਸ਼ਨ ਜ਼ਿੰਦਗੀ ਦਾ ਨਹੀਂ ਹੁੰਦਾ। ਮਨੁੱਖ ਦੇ ਇਸ ਡਾਵਾਂਡੋਲ ਹਾਲਤ ਨੂੰ ਪੰਜਾਬ ਦੇ ਪ੍ਰਸਿੱਧ ਕਵੀ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਇੰਝ ਆਪਣੀ ਕਵਿਤਾ ਵਿੱਚ ਬਿਆਨ ਕੀਤਾ ਹੈ। ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਭਟਕਾਵੇ। ਤੇ ਜਿਨ੍ਹਾਂ ਦਾ ਭਾਗ ਜਾਗਦੇ ਹਨ, ਭਾਵ ਜਿਨ੍ਹਾਂ ਨੂੰ ਗੁਰੂ ਦੇ ਦੱਸੇ ਤਰੀਕੇ ਨਾਲ ਸਮਝ ਆ ਜਾਂਦੀ ਹੈ, ਇਸ ਬੀਤੀ ਦੇ ਗਮ ਅਤੇ ਆਉਣ ਵਾਲੀ ਦੇ ਸਹਿਮ ਤੇ ਸੋਚਾਂ ਚੋਂ ਨਿਕਲ ਕੇ ਉਹ ਆਪਣੇ ਅੱਜ ਨੂੰ ਸੰਭਾਲਦੇ ਹਨ, ਭਾਵ ਪ੍ਰੈਜ਼ੈਂਟ ਨੂੰ ਸੰਭਾਲਦੇ ਹਨ। ਪਰ ਇਹ ਸੰਭਾਲ ਕਰਨ ਹਾਰ ਸ਼੍ਰੇਣੀ ਚੋਂ ਵੀ ਕਾਮਯਾਬੀ ਨਾਲ ਮੰਜ਼ਿਲ ਤੇ ਉਹੀ ਪੁੱਜਦੇ ਹਨ ਜੋ ਸਹਿਜ ਤੋਂ ਕੰਮ ਲੈਂਦੇ ਤੇ ਵਿਚਾਰ ਦਾ ਲੜ ਫੜਦੇ ਹਨ। ਭਾਵ ਜਿਨ੍ਹਾਂ ਨੂੰ ਸਮਝ ਆ ਗਈ ਕਿ ਵਰਤਮਾਨ ਵਿੱਚ ਹੀ ਅਸੀਂ ਜੀਣਾ ਹੈ, ਉਹ ਵੀ ਜਿਹੜੇ ਕਾਹਲੀ ਕਰਦੇ ਹਨ ਉਹ ਫਿਰ ਜਿਹੜੇ ਫਿਸਲ ਜਾਂਦੇ ਹਨ, ਪਾਇਆ ਦੇ ਢਹਿ ਚੜ ਜਾਂਦੇ ਹਨ। ਲੇਕਿਨ ਜਿਹੜੇ ਸਹਿਜ ਤੋਂ ਕੰਮ ਲੈਂਦੇ ਹਨ ਔਰ ਗੁਰੂ ਦੀ ਵਿਚਾਰ ਦੇ ਨਾਲ ਜੁੜਦੇ ਹਨ, ਉਹ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਂਦੇ ਹਨ। ਇਹ ਜੋ ਬਿਨਾਂ ਸਹਿਜ ਤੋਂ ਬੇਲੋੜੀ ਕਾਹਲ ਮਨੁੱਖ ਨੂੰ ਆਮ ਤੌਰ ਤੇ ਭੁਲੇਖੇ ਪਾਉਂਦੀ ਹੈ। ਕਾਹਲੀ ਅੱਗੇ ਟੋਏ ਸਿਆਣਿਆਂ ਦਾ ਬਚਨ ਹੈ। ਸਫ਼ਰ ਤੋਂ ਉਕਤਾਇਆ ਹੋਇਆ ਮੁਸਾਫਰ ਉਸ ਨੂੰ ਮੁਕਾਉਣ ਦੀ ਚਾਹ ਨਾਲ ਜਿੱਥੇ ਪੈਰ ਪੈਰ ਤੇ ਚਾਲ ਤੇਜ਼ ਕਰਦਾ ਹੈ, ਉੱਥੇ ਕਈ ਵਾਰ ਰਾਹ ਵੀ ਨਵੇਂ ਤੇ ਨਵੇਂ ਲੱਭਣ ਦਾ ਯਤਨ ਕਰਦਾ ਹੈ। ਉਸ ਦੇ ਮਨ ਵਿੱਚ ਇਹੀ ਹੁੰਦਾ ਹੈ ਕਿ ਮੈਨੂੰ ਇਸ ਜਗ੍ਹਾ ਤੋਂ ਇਹ ਪ੍ਰਾਪਤੀ ਨਹੀਂ ਹੋਈ, ਮੈਂ ਕਿਸੇ ਹੋਰ ਸਾਧ ਦੇ ਡੇਰੇ ਤੇ ਚਲਾ ਜਾਵਾਂ। ਜੇ ਉਸ ਸਾਧ ਤੋਂ ਕੋਈ ਪ੍ਰਾਪਤੀ ਨਹੀਂ ਹੋਈ ਤੇ ਕਿਸੇ ਹੋਰ ਡੇਰੇ ਤੇ ਚਲਾ ਜਾਵਾਂ। ਭਾਵ ਉਹ ਗੁਰੂ ਦਾ ਲੜ ਵੀ ਕਈ ਵਾਰੀ ਛੱਡ ਦਿੰਦਾ ਹੈ ਜਦੋਂ ਉਸ ਦਾ ਕੋਈ ਕੰਮ ਜਿਹੜਾ ਹੈ ਉਸ ਦੀ ਰੁਚੀ ਮੁਤਾਬਕ ਨਹੀਂ ਹੁੰਦਾ। ਤੇ ਉਸ ਦੇ ਮਨ ਵਿੱਚ ਇਹੀ ਆਈ ਰਹਿੰਦੀ ਹੈ ਕਿ ਉਹ ਕਿਸੇ ਛੋਟੀ ਤੋਂ ਛੋਟੀ ਪਗਡੰਡੀ ਥਾਣੀ ਚੱਲੇ ਤੇ ਸ਼ਾਇਦ ਪੈਂਡਾ ਵਧੇਰੇ ਛੇਤੀ ਮੁੱਕ ਜਾਏਗਾ। ਜੀਵਨ ਪੰਥ ਦੇ ਪਹਾੜੀ ਸਫ਼ਰ ਵਾਂਗ ਭਗਤ ਰਵਿਦਾਸ ਜੀ ਨੇ ਵੀ ਇਹ ਫਰਮਾਇਆ ਸੀਗਾ ਕਿ ਜ਼ਿੰਦਗੀ ਕੀ ਹੈ, ਘਟ ਅਵਗੜ ਡੂੰਗਰ ਘਨਾ, ਇੱਕ ਨਿਰਗੁਣ ਬੈਰ ਹਮਾਰ। ਗੌੜੀ ਬੈਰਾਗਨ ਰਵਿਦਾਸ ਜੀ, ਪੰਨਾ 345। ਇਸ ਅਵਗੜ ਘਾਟੀਆਂ ਵਾਲੇ ਪਹਾੜੀ ਪੰਧ ਵਿੱਚ ਭਾਵ ਮਨੁੱਖਾ ਜਨਮ ਵਿੱਚ ਆਪਣੀ ਕਮਜ਼ੋਰ ਬਿਰਤੀ ਤੇ ਸਵਾਰ ਚੱਲ ਰਿਹਾ ਹੈ ਮਨੁੱਖ, ਤੇ ਉਹ ਨਿੱਕੀਆਂ ਨਿੱਕੀਆਂ ਡੰਡੀਆਂ ਸ਼ਾਰਟਕਟ ਲਈ ਆਮ ਤੌਰ ਤੇ ਉਤਾਵਲਾ ਰਹਿੰਦਾ ਹੈ। ਆਪ ਜੋ ਪੁਰਾਣੇ ਗੁਰੂਆਂ ਨੇ ਭਗਤਾਂ ਨੇ ਜੋ ਰਸਤੇ ਬਣਾਏ ਹਨ ਭਗਤੀ ਦੇ,
ਉਹਨਾਂ ਵੱਲ ਨਹੀਂ ਅਗ੍ਰਸਰ ਹੁੰਦਾ, ਉਸ ਗਾਡੀ ਰਾਹ ਵਾਲੇ ਪਾਸੇ ਨਹੀਂ ਜਾਂਦਾ। ਉਹ ਆਪਣੇ ਜੀਵਨ ਦੀ ਗੱਡੀ ਦੇ ਪਹੀਆਂ ਨੂੰ ਉਹ ਗੁਰਮਤ ਦੇ ਦੱਸੇ ਰਾਸ਼ੀ ਦੇ ਉੱਤੇ ਨਹੀਂ ਪਾਉਂਦਾ। ਔਰ ਕਾਹਲੀ ਵਿੱਚ ਕਈ ਵਾਰ ਅਜਿਹੀਆਂ ਪਗਡੰਡੀਆਂ ਵਿੱਚ ਆਪਣੀ ਜ਼ਿੰਦਗੀ ਨੂੰ ਧਕੇਲ ਲੈਂਦਾ ਹੈ, ਆਪ ਮਾਇਆ ਦੇ ਤਹਿੜ ਚੜ ਜਾਂਦਾ ਹੈ ਔਰ ਉਜੜ ਵਿੱਚ ਫਿਰ ਭੰਬਲ ਭੂਸੇ ਖਾਂਦਾ ਰਹਿੰਦਾ ਹੈ। ਪੈਂਡਾ ਮੁੱਕਦਾ ਹੀ ਨਹੀਂ, ਸਮਾਂ ਤੇ ਯਤਨ ਵਿਅਰਥ ਜਾਂਦੇ ਹਨ। ਮਨੁੱਖੀ ਜੀਵਨ ਦੇ ਇਤਿਹਾਸ ਵਿੱਚ ਅਜਿਹੀਆਂ ਕਈ ਮਿਸਾਲਾਂ ਹਨ, ਪਰ ਉਹਨਾਂ ਸਾਰਿਆਂ ਦਾ ਕਾਰਨ ਆਮ ਤੌਰ ਤੇ ਇਹ ਇੱਕੋ ਹੀ ਹੁੰਦਾ ਹੈ ਕਿ ਉਹ ਇਹ ਕਿ ਪੰਧ ਦੀ ਘਬਰਾਹਟ ਵਿੱਚ ਰਸਤੇ ਦੀ ਸਹੀ ਖੋਜ ਨਹੀਂ ਕਰ ਸਕਦਾ ਅਤੇ ਜੀਵਨ ਪੂੰਜੀ ਕੌਡੀਆਂ ਦੇ ਬਦਲੇ ਹਰਾ ਕੇ ਜੀਵਨ ਯਾਤਰਾ ਦੀ ਸਫਲਤਾ ਤੋਂ ਦੂਰ ਚਲਾ ਜਾਂਦਾ ਹੈ। ਉਸ ਨੂੰ ਨਾਦਾਨ ਸੌਦਾਗਰ ਵਾਂਗ ਆਪਣੀ ਪੂੰਜੀ ਭੰਗ ਦੇ ਪਾੜੇ ਜਾਇਆ ਕਰਨੀ ਪੈਂਦੀ ਹੈ। ਕਬੀਰ ਜੀ ਨੇ ਮਨੁੱਖ ਦੀ ਇਸ ਹਾਲਤ ਨੂੰ ਤੱਕ ਕੇ ਹੀ ਫਰਮਾਇਆ ਸੀ, ਜਰਾ ਜੀਵਨ ਜੋਬਨ ਗਿਆ किछ किया ना निका, यह जीरा निर्मोल को कौडी लग मिका। बिलावल भगत कबीर जी पन्ना 856। बदकिस्मत जीवन पांधी दी इस दशा ਨੂੰ ਵੀ ਭਾਈ ਨੰਦ ਲਾਲ ਸਿੰਘ ਜੀ ਨੇ ਆਪਣੇ ਕਲਮਬੰਦ ਕੀਤਾ ਹੈ। ਉਹ ਲਿਖਦੇ ਹਨ, ਯਕਦਮ ਬਖੇਸ਼ ਰਾਹ ਨਾ ਬੁਰਦਮ ਕੇ ਕੀਸਤਮ ਐ ਵਾਏ ਨਕਦੇ ਜ਼ਿੰਦਗੀਮ ਪਰਾਏਗਾ ਗੁਜਸਤ। ਭਾਵ ਪੰਜਾਬੀ 'ਚ, ਮੈਂ ਕਦੀ ਇੱਕ ਘੜੀ ਵੀ ਬਹਿ ਕੇ ਨਾ ਸੋਚਿਆ ਕਿ ਮੈਂ ਅਸਲ ਵਿੱਚ ਕੀ ਹਾਂ। ਅਫਸੋਸ ਕਿ ਜੀਵਨ ਪੂੰਜੀ ਦੀ ਨਗਦੀ ਵਿਅਰਥ ਹੀ ਚਲੀ ਗਈ। ਸੰਸਾਰ ਦੀ ਅਜਿਹੀ ਕਾਲ ਕਾਰਨ ਟਪਲੇ ਨਾਲ ਭਟਕੇ ਮਨੁੱਖ ਲਈ ਹੀ ਮਾਲਕ ਨੇ ਗੁਰੂ ਬਾਬਾ ਜੀ ਨੂੰ ਸੰਸਾਰ ਵਿੱਚ ਭੇਜਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹ ਮਨੁੱਖਾਂ ਦੀ ਇਹ ਦੀਨ ਦਸ਼ਾ ਤੱਕ ਕੇ ਇੱਕ ਬੁਨਿਆਦੀ ਅਸੂਲ ਮਨੁੱਖ ਦੇ ਸਾਹਮਣੇ ਰੱਖਿਆ ਤੇ ਫਰਮਾਇਆ। ਸ਼ਲੋਕ 12 ਤੇ ਵਧੀਕ ਮਹਲਾ ਪਹਿਲਾ ਪੰਨਾ 1410। ਸੁਨ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸੰਜਾਣ ਕੈ ਤਾਂ ਕੀ ਚਾਹੇ ਵਪਾਰ। ਪੂਰਨ ਸਤਿਗੁਰੂ ਨੇ ਇਸ ਮਹਾਵਾਕ ਅਨੁਸਾਰ ਮਨੁੱਖੀ ਬੁੱਧੀ ਨੂੰ ਚੇਤਾਵਨੀ ਕਰਾਈ ਕਿ ਉਹ ਆਪਣੇ ਅੰਦਰ ਪੂਰਨ ਗਿਆਨ ਭਰੀ ਰਮਜ ਰੱਖਦੀ ਹੈ। ਆਮ ਲੋਕਾਂ ਨੂੰ ਜੀਵਨ ਦੀ ਲੋੜ ਵਿੱਚ ਟਪਲਾ ਲੱਗ ਜਾਣਾ ਕੋਈ ਵੱਡੀ ਗੱਲ ਨਹੀਂ ਸੀ, ਪਰ ਬਹੁਤ ਵੇਰ ਸਿਆਣੇ ਵੀ ਉਸ ਹਿਰਨ ਵਾਂਗ ਧੋਖਾ ਖਾ ਜਾਂਦੇ ਹਨ ਜੋ ਆਪਣੀਆਂ ਮੋਟੀਆਂ ਤੇ ਸੁੰਦਰ ਅੱਖਾਂ ਕਰਕੇ ਮਿਰਗਾਵਲ ਵਿੱਚ ਮਸ਼ਹੂਰ ਹੁੰਦਾ ਹੈ ਤੇ ਜੋ ਚੀਜ਼ ਚਮਕਦੀ ਹੈ ਉਸ ਨੂੰ ਪਾਣੀ ਜਾਣ ਉਸ ਵੱਲ ਨੱਠ ਪੈਂਦਾ ਹੈ, ਪਰ ਉਹ ਅਸਲ ਵਿੱਚ ਪਾਣੀ ਨਹੀਂ ਹੁੰਦਾ। ਉਹ ਰੇਤ ਦੀ ਚਮਕ ਦਾ ਫਲ ਹੈ ਅਤੇ ਉਹ ਜਿਉਂ-ਜਿਉਂ ਉਸ ਵੱਲ ਵੱਧਦਾ ਹੈ ਉਹ ਬਨਾਵਟੀ ਪਾਣੀ ਪਰੇ ਹਟਦਾ ਜਾਂਦਾ ਹੈ ਤੇ ਅਖੀਰ ਭੋਲਾ ਹਿਰਨ ਜਾਨਵਰ ਥੱਕ ਟੁੱਟ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਸਤਿਗੁਰਾਂ ਨੇ ਮਨੁੱਖ ਨੂੰ ਇਸ ਧੋਖੇ ਤੋਂ ਬਚਾਉਣ ਲਈ ਹੀ ਇਹ ਜੀਵਨ ਭੇਦ ਬਿਆਨ ਕੀਤਾ ਹੈ ਕਿ ਸ਼ਾਇਦ ਗੁਰੂ ਨਾਨਕ ਦੇਵ ਜੀ ਨੇ ਜਗਿਆਸੂ ਨੂੰ ਪਤੀ ਪਰਮੇਸ਼ਰ ਦੀ ਇਸਤਰੀ ਮੰਨਿਆ ਹੈ ਤੇ ਵਧੇਰੀ ਸਮਝ ਵਾਲੀ ਨੂੰ ਮੁਖਾਤਬ ਕਰਕੇ ਕਿਹਾ ਹੈ ਕਿ ਹੇ ਮ੍ਰਿਗਨੈਣੀ ਇਸਤਰੀ, ਮੈਂ ਤੈਨੂੰ ਇਸ ਗੂੜੇ ਭੇਦ ਦੀ ਗੱਲ ਦੱਸਦਾ ਹਾਂ ਕਿ ਉਹ ਇਹ ਹੈ ਕਿ ਵਪਾਰ ਕਰਨ ਤੋਂ ਪਹਿਲਾਂ ਵਸਤੂ ਦੀ ਅਸਲੀਅਤ ਨੂੰ ਪਹਿਚਾਣ, ਕਿਉਂ ਜੋ ਅਸਲੀਅਤ ਜਾਣਨ ਤੋਂ ਬਿਨਾਂ ਮਨੁੱਖ ਬੁੱਧੀ ਵੀ ਭੁੱਲੇ ਹੋਏ ਮਿਰਗ ਵਾਂਗਨ ਆਪਣਾ ਬਲ ਤੇ ਸਮਾਂ ਅਕਾਰਤ ਖੋ ਬੈਠਦੀ ਹੈ। ਭਾਵ ਕਿ ਜਿਹੜੀ ਵੀ ਜੀਵਨ ਦੀ ਜੁਗਤ ਅਪਣਾਣੀ ਹੈ, ਜਿਸ ਉੱਤੇ ਆਪਣੀ ਜੀਵਨ ਰੂਪੀ ਗੱਡੀ ਨੂੰ ਠੇਲਣਾ ਹੈ, ਉਸ ਗਾਡੀ ਰਾਹ ਦੇ ਬਾਰੇ, ਉਹਨਾਂ ਉਪਦੇਸ਼ਾਂ ਬਾਰੇ ਤੇ ਆਪਣੀ ਕਲੈਰਿਟੀ ਕਰੋ ਕਿ ਇਹ ਜੋ ਰਸਤੇ ਦੱਸੇ ਹਨ ਉਹ ਸਤਿਗੁਰਾਂ ਦੇ ਦੱਸੇ ਰਸਤੇ ਨੂੰ ਅਪਣਾ ਰਹੇ ਹਾਂ ਜਾਂ ਅਸੀਂ ਮਾਇਆ ਦੇ ਰਸਤੇ ਦੇ ਉੱਪਰ ਚੱਲ ਕੇ ਆਪਣੇ ਜੀਵਨ ਦੀ ਸਵਾਸਾਂ ਦੀ ਪੂੰਜੀ ਨੂੰ ਬੇਕਾਰ ਕਰ ਰਹੇ ਹਾਂ। ਵਪਾਰ ਦੇ ਬਾਜ਼ਾਰ ਵਿੱਚ ਦੋ ਹੀ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇੱਕ ਸੁਜਾਨਾਂ ਦੀ, ਜਿਹੜੇ ਸੁਜਾਨ ਮਨੁੱਖ ਹਨ, ਵਪਾਰੀ ਹਨ, ਕਿ ਪਹਿਲਾਂ ਵਸਤੂ ਖਰੀਦਣੀ ਤੇ ਫਿਰ ਖੋਟਾਂ ਦਾ ਪਤਾ ਲੱਗਣ ਤੇ ਬਹਿ ਕੇ ਪਛਤਾਣਾ। ਜਿਹੜੇ ਸਿਆਣੇ ਹਨ ਉਹ ਵਸਤੂ ਨੂੰ ਪਹਿਲਾਂ ਪਛਾਣਦੇ ਹਨ ਤੇ ਫਿਰ ਖਰੀਦਦੇ ਹਨ, ਤੇ ਜਿਹੜੇ ਨਾਦਾਨ ਹਨ ਉਹ ਪਹਿਲਾਂ ਖਰੀਦ ਲੈਂਦੇ ਹਨ ਤੇ ਫਿਰ ਉਹਦੇ ਅੰਦਰ ਡਿਫੈਕਟ ਲੱਭਦੇ ਹਨ ਤੇ ਫਿਰ ਪਛਤਾਉਂਦੇ ਹਨ ਕਿ ਮੈਂ ਕਿਉਂ ਖਰੀਦੀ। ਜਗਤ ਬਾਜ਼ਾਰ ਦਾ ਇਹ ਆਮ ਕਾਇਦਾ ਹੈ, ਅਸੂਲ ਹੈ ਕਿ ਗੁਨਾਹ ਵਿੱਚ ਹੌਲੀਆਂ ਚੀਜ਼ਾਂ ਚਮਕਦੀਆਂ ਬਾਹਰੀਆਂ ਹਨ
ਅੰਗਾਰਾਂ ਨਾਲੋਂ ਜ਼ਿਆਦਾ ਭਖਦੇ ਤੇ ਚਮਕ ਦਿੰਦੇ ਹਨ। ਅੰਗਾਰ ਜਿਹੜੇ ਹਨ ਉਹ ਲਾਲਾਂ ਨਾਲੋਂ ਜ਼ਿਆਦਾ ਭਖਦੇ ਤੇ ਚਮਕ ਦਿੰਦੇ ਹਨ, ਪਰ ਜੇ ਕੋਈ ਨਦਾਨ ਉਹਨਾਂ ਨੂੰ ਲਾਲਾਂ ਦੀ ਥਾਂ ਹੱਥ ਪਾ ਬੈਠੇ ਤੇ ਜਲਨ ਤੇ ਕੋਇਲੇ ਹੀ ਉਸਦੇ ਪੱਲੇ ਰਹਿ ਜਾਣਗੇ। ਹਰ ਚੀਜ਼ ਜੋ ਚਮਕੇ ਸਦਾ ਲਾਲ ਨਹੀਂ ਹੁੰਦੀ, ਮਿੱਠੇ ਬੋਲ ਜੋ ਬੋਲੇ ਪ੍ਰਣ ਪਾਲ ਨਹੀਂ ਹੁੰਦੀ। ਕੱਚ ਕੰਚਨ ਨਾਲੋਂ ਹਮੇਸ਼ਾ ਜ਼ਿਆਦਾ ਚਮਕਦਾ ਹੈ, ਪਰ ਕੱਚਾ ਹੋਣ ਕਾਰਨ ਕੰਚਨ ਬਰਾਬਰ ਬੋਲ ਨਹੀਂ ਰੱਖਦਾ। ਤਾਂ ਇਹ ਮਨਮੁਖ ਦੀ ਵੀ ਅਵਸਥਾ ਹੈ ਕਿ ਕੱਚ ਵਿਆਜਨ ਕੰਚਨ ਛੱਡਣ। ਜਗਤ ਵਿੱਚ ਮੰਦਭਾਗੀ ਕੰਚਨ ਨੂੰ ਛੱਡ ਕੇ ਕੱਚ ਦਾ ਵਪਾਰ ਕਰਦੇ ਹਨ। ਜੀਵਨ ਵਪਾਰ ਦੇ ਬਾਜ਼ਾਰ ਵਿੱਚ ਵੀ ਐਸੇ ਸੌਦੇ ਹੁੰਦੇ ਹਨ, ਰਹਿੰਦੇ ਹਨ, ਜਿਸ ਕਰਕੇ ਲੋਕਾਂ ਨੂੰ ਭੁਲੇਖੇ ਲੱਗ ਜਾਂਦੇ ਹਨ। ਉਹ ਮਨੁੱਖੀ ਜੀਵਨ ਪਸ਼ੂ ਭੋਗੀ ਬਦਲੇ ਵੇਚ ਬਹਿੰਦੇ ਹਨ। ਜਿਸ ਤਰ੍ਹਾਂ ਦੁਨੀਆ ਦੇ ਬਾਜ਼ਾਰਾਂ ਵਿੱਚ ਜੋ ਵਪਾਰੀ ਚਲਾਕ ਦਲਾਲਾਂ ਦੇ ਕਾਬੂ ਆ ਜਾਣ, ਵਣਜ ਵਿੱਚ ਹਾਰ ਖਾਂਦੇ ਹਨ, ਉਸੇ ਤਰ੍ਹਾਂ ਹੀ ਜੀਵਨ ਵਪਾਰ ਦੇ ਬਾਜ਼ਾਰ ਵਿੱਚ ਵੀ ਹੁਸ਼ਿਆਰ ਦਲਾਲ ਮਨੁੱਖਾਂ ਨੂੰ ਟਪਲੇ ਲਾ ਕੇ, ਹੁਸ਼ਿਆਰ ਦਲਾਲ ਤੋਂ ਭਾਵ ਹੈ ਕਿ ਜਿਹੜੇ ਧਰਮ ਦੇ ਵਪਾਰੀ ਹਨ, ਜਿਵੇਂ ਪੰਡਤ ਹਨ, ਮੁੱਲੇ ਹਨ, ਔਰ ਜਿਹੜੇ ਪੁਜਾਰੀ ਹਨ, ਵਰਗ ਜਿਹੜਾ ਹੈ ਕਿਸੇ ਵੀ ਧਰਮ ਵਿੱਚ ਹੋਵੇ, ਉਹ ਮਨੁੱਖਾਂ ਨੂੰ ਭਰਮਾ ਕੇ ਟਪਲੇ ਲਵਾ ਕੇ ਉਹਨਾਂ ਦੀ ਜੀਵਨ ਪੂੰਜੀ ਜਿਹੜੀ ਹੈ ਉਹਨੂੰ ਤਾਂ ਖੋਂਦਾ ਹੀ ਹੈ। ਉਹਨਾਂ ਦਾ ਜੀਵਨ ਵੀ ਜਿਹੜਾ ਉਹ ਨਸ਼ਟ ਹੁੰਦਾ ਹੈ। ਉਹਨਾਂ ਦਾ ਆਮ ਦਾਓ ਦਲਾਲਾਂ ਵਾਂਗ ਇਹੀ ਹੁੰਦਾ ਹੈ ਕਿ ਮਨੁੱਖ ਨੂੰ ਵਸਤ ਵਿਹਾਜਨ ਤੋਂ ਪਹਿਲਾਂ ਉਸ ਨੂੰ ਵਿਚਾਰ ਕਰਨ ਤੇ ਵਸਤ ਸਿਆਣਪ ਦਾ ਪਰਖਣ ਦਾ ਮੌਕਾ ਹੀ ਨਾ ਦਿੱਤਾ ਜਾਏ। ਗੁਰੂ ਬਾਬਾ ਜੀ ਨੇ ਅਜੇ ਦਲਾਲਾਂ ਨੂੰ ਵੀ ਖੂਬ ਤਾੜਾ ਕੀਤੀ ਹੈ ਤੇ ਫਰਮਾਇਆ ਹੈ ਕਿ ਜੀਵਨ ਵਪਾਰ ਦੇ ਬਾਜ਼ਾਰ ਵਿੱਚ ਦਲਾਲੀ ਕਰਨ ਹਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੌਦੇ ਹੋ ਜਾਣ ਦੀ ਸੂਰਤ ਵਿੱਚ ਜਿੱਥੇ ਮਾਲਕਾਂ ਨੂੰ ਪਛਤਾਣਾ ਪਵੇਗਾ, ਉੱਥੇ ਦਲਾਲ ਵੀ ਦੰਡ ਤੋਂ ਨਹੀਂ ਬਚ ਸਕਣਗੇ। ਆਸਾ ਕੀ ਵਾਰ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਦੇ ਬਚਨ ਹਨ, 472 ਅੰਕ ਤੇ, ਵੱਡੀਏ ਹੱਥ ਦਲਾਲ ਕੇ ਮੁਨਸਫੀ ਇਹ ਕਰੇ। ਦਲਾਲਾਂ ਨੂੰ ਚੇਤਾਵਨੀ ਕਰਾਉਂਦੇ ਹੋਏ ਮਨੁੱਖ ਨੂੰ ਤਾਕੀਦ ਕਰਦੇ ਹਨ ਕਿ ਜੀਵਨ ਦੇ ਬਾਜ਼ਾਰ ਵਿੱਚ ਬੁੱਧੀ ਦਾ ਸਮਾਂ ਹੱਥ ਵਿੱਚ ਲੈ ਕੇ ਦਾਖਲ ਹੋ ਤਾਂ ਤੈਨੂੰ ਟਪਲੇ ਨਾ ਲੱਗਣ। ਭਾਵ ਆਪਣੀ ਅਕਲ ਦਾ ਇਸਤੇਮਾਲ ਕਰ ਤਾਂ ਕਿ ਤੂੰ ਦੁਨੀਆ ਦੇ ਵਿੱਚ ਗਲਤ ਰਸਤੇ ਤੇ ਨਾ ਜਾਏ, ਤੂੰ ਧੋਖਾ ਨਾ ਖਾਏ। ਤੇ ਸਾਰੰਗ ਰਾਗ ਵਿੱਚ ਵੀ ਪਹਿਲੇ ਪਾਤਸ਼ਾਹ ਦੇ ਬਚਨ ਹਨ, 1245 ਅੰਕ ਦੇ ਉੱਤੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਕਿ ਜੇਕਰ ਅਕਲ ਦਾ ਇਸਤੇਮਾਲ ਨਹੀਂ ਕਰਨਾ ਤੇ ਬਿਨਾਂ ਅਕਲ ਤੋਂ ਕੋਈ ਕੰਮ ਕਰੋਗੇ, ਕੋਈ ਸਟੈਪ ਕਰੋਗੇ, ਤਾਂ ਉਹ ਫਿਰ ਜਿਹੜੇ ਹਨ ਉਹ ਸ਼ੈਤਾਨ ਵਾਲੀਆਂ ਗੱਲਾਂ ਹੋਣਗੀਆਂ, ਉਹ ਅਕਲ ਵਾਲੀਆਂ ਗੱਲਾਂ ਨਹੀਂ ਹੋਣਗੀਆਂ। ਔਰ ਫਿਰ ਪ੍ਰਭਾਤੀ ਰਾਗ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਹੈ 1329 ਅੰਕ ਦੇ ਉੱਪਰ, ਗੁਰ ਪ੍ਰਸਾਦੀ ਵਿਦਿਆ ਵਿਚਾਰਾ ਹੈ, ਪੜ ਪੜ ਪਾਵੇ ਮਾਨ। ਇਸ ਗੱਲ ਦਾ ਖਿਆਲ ਜ਼ਰੂਰ ਰੱਖਿਆ ਹੈ ਕਿ ਬੁੱਧੀ, ਵਿਦਿਆ ਤੇ ਵਿਚਾਰ ਦੀ ਅਯੋਗ ਵਰਤੋਂ ਨਾ ਹੋਵੇ, ਤਾਂ ਜੋ ਉਹ ਦੂਜਿਆਂ ਨੂੰ ਛਲਣ ਵਿੱਚ ਨਾ ਲੱਗ ਪਵੇ, ਪਰ ਆਪ ਹਰ ਕਿਸਮ ਦੇ ਛਲਾਂ ਤੋਂ ਬਚਣ ਲਈ ਨੇਕ ਬੁੱਧੀ ਦਾ ਆਸਰਾ ਲੈਣਾ ਜਿਹੜਾ ਹਨ ਉਸ ਦੀ ਹੀ ਗੱਲ ਕਰਦੇ ਹਨ। ਅੰਧ ਵਿਸ਼ਵਾਸ ਦੇ ਘੁੰਮਣ ਘੇਰਾ ਤੋਂ ਬਚਣਾ ਹੈ। ਮਨੁੱਖ ਬੁੱਧੀ ਨੂੰ ਭਰਮਾਂ, ਅੰਧੇ ਈਮਾਨ ਤੇ ਮੁਦਈ ਮਜ਼ਹਬੀ ਲੀਡਰਾਂ ਦੀ ਅਗਵਾਈ ਤੋਂ ਆਪਣੇ ਆਪ ਨੂੰ ਹੁਸ਼ਿਆਰ ਰੱਖਣਾ ਹੈ। ਅੰਧ ਵਿਸ਼ਵਾਸੀਆਂ ਦੀ ਬਾਬਤ ਗੁਰੂ ਨਾਨਕ ਪਾਤਸ਼ਾਹ ਨੇ ਸੂਹੀ ਦੀ ਵਾਰ ਵਿੱਚ ਫਰਮਾਇਆ ਹੈ, 799 ਅੰਕ ਦੇ ਉੱਪਰ, ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ, ਕਬਹਿ ਨਾ ਪਾਵੇਂ ਮਾਨ। ਭਾਈ ਗੁਰਦਾਸ ਜੀ ਨੇ ਵੀ ਸੱਚ ਕਿਹਾ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੜੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਭਾਵ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦਾ ਸੂਰਜ ਚਮਕਿਆ ਤੇ ਜਿਹੜੇ ਅਨਮਤੀ ਸਨ, ਜਿਹੜੇ ਢਕੌਂਸਲੇ ਵਾਲੇ ਸਨ, ਮਾਇਆ ਦੇ ਵਪਾਰੀ ਸਨ, ਜਿਹੜੇ ਉਹਨਾਂ ਦਾ ਜਿਹੜਾ ਚੰਦ ਜਿਹੜਾ ਹੈ ਉਹ ਦੀ ਰੋਸ਼ਨੀ ਮੱਧਮ ਪੈ ਗਈ। ਭਾਈ ਗੁਰਦਾਸ ਜੀ ਨੇ ਸੱਚ ਕਿਹਾ ਕਿ ਬਾਬਾ ਸੂਰਜ ਵਾਂਗ ਚਮਕਿਆ। ਸੱਚਮੁੱਚੀ ਜੀਵਨ ਦੇ ਇਸ ਤੇਜ ਸੂਰਜ ਨੇ ਆਪਣੀ ਕਿਰਨਾਂ ਨਾਲ ਅੰਧ ਵਿਸ਼ਵਾਸ ਦੇ ਗਿਆਨ ਨੂੰ
ਮਨੁੱਖੀ ਹਿਰਦਿਆਂ ਚੋਂ ਉਡਾ ਦਿੱਤਾ। ਆਪਨੇ ਜੀਵਨ ਭਰ ਉਹਨਾਂ ਮਾਸੂਮ ਇਨਸਾਨਾਂ ਨੂੰ ਸਹੀ ਰਾਹ ਦਿਖਾਇਆ ਜੋ ਅੰਧ ਵਿਸ਼ਵਾਸੀਆਂ ਦੇ ਟਪਲਿਆਂ ਵਿੱਚ ਆਮ ਜੀਵਨ ਪੂੰਜੀ ਨੂੰ ਵਿਅਰਥ ਗਵਾ ਰਹੇ ਸਨ। ਖਾਸ ਤੌਰ ਤੇ ਕਰਮਕਾਂਡੀਆਂ ਦੇ ਰਸਹੀਣ ਜਾਲ ਨੂੰ ਖਾਸ ਤੌਰ ਤੇ ਕਰਮਕਾਂਡੀਆਂ ਦੇ ਰਸਹੀਨ ਜਾਲ ਨੂੰ ਤੋੜਨ ਲਈ ਆਪਨੇ ਸਾਰੀ ਉਮਰ ਵਿਵੇਕ ਬੁੱਧੀ ਦਾ ਪ੍ਰਕਾਸ਼ ਜਿਹੜਾ ਵੰਡਿਆ। ਇਸ ਭਾਰੇ ਕੰਮ ਨੂੰ ਸਿਰੇ ਚਾੜਨ ਲਈ 10 ਜਾਮੇ ਧਾਰਨ ਕੀਤੇ। ਅਜਿਹਾ ਕਰਨਾ ਸੇਬੀ ਜ਼ਰੂਰੀ ਕਿਉਂ ਜੋ ਮਨੁੱਖੀ ਜੀਵਨ ਦੇ ਅਸਲੀ ਮਨੋਰਥ ਦੀ ਪ੍ਰਾਪਤੀ ਲਈ ਚਾਹਵਾਨ ਮਨੁੱਖਾਂ ਨੂੰ ਸਹੀ ਰਸਤੇ ਤੋਂ ਖੇਡ ਆਪਣੇ ਮਗਰ ਲਾ ਔਜੜਾਂ ਵਿੱਚ ਪਾਉਣ ਦਾ ਤਰੀਕਾ ਬਹੁਤ ਪੁਰਾਣਾ ਹੋ ਚੁੱਕਾ ਸੀ ਤੇ ਮਨੁੱਖੀ ਸਮਾਜ ਆਮ ਤੌਰ ਤੇ ਇਸ ਬਿਮਾਰੀ ਨਾਲ ਤਕਲੀਫ ਪਾ ਰਿਹਾ ਸੀ। ਇਸ ਲਈ ਉਸ ਨੂੰ ਰਫਾ ਕਰਨ ਲਈ ਉਦਮ ਦੇ ਸਮਾਂ ਵੀ ਵਧੇਰੇ ਚਾਹੀਦਾ ਸੀ, ਜਿਸ ਕਰਕੇ ਜਗਤ ਗੁਰੂ ਨਾਨਕ ਜੀ ਨੇ 10 ਜਾਮੇ ਧਾਰਨ ਕਰਨੇ ਪਏ ਤਾਂ ਕਿ ਉਹ ਜੀਵਨ ਦੇ ਹਰ ਪਹਿਲੂ ਤੇ ਰੋਸ਼ਨੀ ਪਾ ਕੇ ਮਨੁੱਖਾਂ ਨੂੰ ਸਹੀ ਮਾਰਗ ਦਰਸਾ ਸਕਣ। ਜੀਵਨ ਪਾਂਦੀ ਨੂੰ ਕੁਰਾਹੇ ਪਾਉਣ ਵਾਲੇ ਉਦਮ ਨੇ 2-3 ਗੱਲਾਂ ਖਾਸ ਤੌਰ ਤੇ ਬਣਾਈਆਂ ਹੋਈਆਂ ਸਨ, ਜਿਨ੍ਹਾਂ ਵਿੱਚ ਇੱਕ ਤਾਂ ਵੱਡੀ ਇਹ ਸੀ ਕਿ ਪਰਮਾਰਥਕ ਜੀਵਨ ਬਸਰ ਕਰਨ ਦਾ ਲਾਭ ਇਸ ਜਨਮ ਵਿੱਚ ਨਹੀਂ ਹੋ ਸਕਦਾ। ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਭੁਲੇਖੇ ਜਿਹੜੇ ਪਾਏ ਜਾਂਦੇ ਹਨ, ਜੀਵਨ ਨੂੰ ਗਲਤ ਰਸਤੇ ਤੇ ਪਾਇਆ ਜਾਂਦਾ ਹੈ, ਉਹਨਾਂ ਚੋਂ ਇਹ ਸੀਗਾ ਕਿ ਜਿਹੜੇ ਵੀ ਚੰਗੇ ਕੰਮ ਤੁਸੀਂ ਇਸ ਸਮੇਂ 'ਚ ਕਰ ਰਹੇ ਹੋ ਆਪਣੀ ਜ਼ਿੰਦਗੀ ਵਿੱਚ, ਇਸ ਦਾ ਤੁਹਾਨੂੰ ਇਸ ਜਨਮ ਵਿੱਚ ਕੋਈ ਲਾਭ ਨਹੀਂ ਹੋਣਾ, ਸਗੋਂ ਕੀਤੇ ਗਏ ਯਤਨਾਂ ਦਾ ਫਲ ਮਰਨ ਤੋਂ ਬਾਅਦ ਆਉਣ ਵਾਲੀ ਦੁਨੀਆ ਵਿੱਚ ਲੱਭੇਗਾ। ਆਪ ਸਵਰਗ ਔਰ ਨਰਕ ਔਰ ਬਹਿਸ਼ਤ ਦੇ ਪਾਸੇ ਉਹਨਾਂ ਨੂੰ ਉਲਝਾਇਆ ਹੋਇਆ, ਤਾਂ ਕਿ ਸਾਰੀ ਉਮਰ ਬੰਦਾ ਜਿਹੜਾ ਉਹਨਾਂ ਨੂੰ ਕਰਦਾ ਰਹੇ ਕਿ ਸਾਨੂੰ ਤੁਸੀਂ ਦਾਨ ਦਕਸ਼ਨਾ ਦਿਓ, ਸਾਡੀ ਸੇਵਾ ਕਰੋ ਤੇ ਤੁਹਾਨੂੰ ਅਗਲੇ ਜਨਮ ਫਲ ਮਿਲੇਗਾ। ਇੱਥੋਂ ਤੱਕ ਕਿ ਬਨਾਰਸ ਦੇ ਵਿੱਚ ਇੱਕ ਆਰਾ ਲਗਾਇਆ ਗਿਆ ਕਿ ਜਿੱਥੇ ਗਿਆ ਕਿ ਅਰਪੇ ਨਾਰ ਸ਼ਿੰਗਾਰ ਸਮੇਤ ਤੇ ਉੱਥੇ ਆਪਣੇ ਕਰਵਤ ਜਿਹੜਾ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਦੇਣਾ ਔਰ ਇਹ ਕਹਿਣਾ ਕਿ ਇਸ ਵਕਤ ਸਵਰਗ ਦਾ ਦਰਵਾਜ਼ਾ ਖੁੱਲਿਆ ਹੋਇਆ ਤੇ ਜੇ ਤੁਸੀਂ ਇਸ ਵਕਤ ਸਵਰਗ ਜਾਓਗੇ ਤੇ ਤੁਹਾਡਾ ਸਿੱਧੀ ਐਂਟਰੀ ਸਵਰਗ ਵਿੱਚ ਹੋਏਗੀ ਤੇ ਉਹਦਾ ਸਾਰਾ ਮਾਲ ਸਬਾਬ ਉੱਥੇ ਬਨਾਰਸ ਦੇ ਪਾਂਡਿਆਂ ਨੇ ਲੁੱਟ ਲੈਣਾ। ਜਿਸ ਲਈ ਜੀਵਨ ਦੀ ਪੂੰਜੀ ਮਜ਼ਬੀ ਵਿਰੋਧ ਦੇ ਸਪੁਰਦ ਕੀਤੀ ਜਾਂਦੀ ਸੀ ਤੇ ਉਸ ਦਾ ਮੁਆਵਜ਼ਾ ਕਿਸੇ ਆਉਣ ਵਾਲੀ ਦੁਨੀਆ ਵਿੱਚ ਭਾਰੇ ਮੁਨਾਫੇ ਨਾਲ ਮਿਲਣ ਦੀ ਆਸ ਮਨ ਵਿੱਚ ਰੱਖ ਜੀਵਨ ਬਤੀਤ ਕਰਨਾ ਸੀ। ਇਹ ਨਿਰੇ ਉਧਾਰ ਦਾ ਸੌਦਾ ਪਰਮਾਰਥ ਦੇ ਵਪਾਰੀਆਂ ਨੂੰ ਸਵਾਦ ਤਾਂ ਕੁਝ ਨਹੀਂ ਦਿੰਦਾ, ਪਰ ਉਹ ਅੰਧ ਵਿਸ਼ਵਾਸ ਦੇ ਆਸਰੇ ਇਸ ਤੇ ਕਮਾਈ ਜਾਂਦੇ ਹਨ। ਬ੍ਰਾਹਮਣ ਦਾ ਦੱਸਿਆ ਹੋਇਆ ਇੰਦਰ ਲੋਕ, ਸ਼ਿਵ ਲੋਕ ਤੇ ਬ੍ਰਹਮ ਲੋਕ ਮਰਨ ਤੇ ਮਗਰੋਂ ਹੀ ਮਿਲ ਸਕਦਾ ਸੀ। ਇਸ ਤਰ੍ਹਾਂ ਦੀ ਮੁੱਲਾਂ ਦਾ ਬਹਿਸ਼ਤ ਤੇ ਪਾਦਰੀ ਦੀ ਦੱਸੀ ਹੋਈ ਅਸਮਾਨੀ ਬਾਦਸ਼ਾਹਤ ਵੀ ਮਰਨ ਤੇ ਮਗਰੋਂ ਹੀ ਲੱਭ ਸਕਦੀ ਸੀ। ਬ੍ਰਾਹਮਣ ਆਪਣੇ ਜਜਮਾਨ ਨੂੰ ਇਹ ਨਿਸਫਲ ਤਸੱਲੀਆਂ ਦੇ ਸਕਦਾ ਸੀ ਕਿ ਤੂੰ ਇੱਥੇ ਨਿਸ਼ਚਿੰਤ ਹੋ ਕੇ ਪੁੰਨ ਕਰੀ ਜਾ, ਸਾਨੂੰ ਦਾਨ ਦੇਈ ਜਾ ਤੇ ਫਲ ਅਗਲੇ ਜਨਮ ਵਿੱਚ ਤੈਨੂੰ ਜ਼ਰੂਰ ਮਿਲੇਗਾ। ਇਸੇ ਤਰ੍ਹਾਂ ਹੀ ਮੌਲਵੀ ਮੋਮਨ ਆਖੀ ਜਾਂਦਾ ਸੀ ਕਿ ਤੂੰ ਨਮਾਜ਼ ਪੜ੍ਹੀ ਜਾ, ਰੋਜ਼ੇ ਰੱਖੀ ਜਾ ਤੇ ਜ਼ਕਾਤ ਦੇਈ ਜਾ, ਦਾਨ ਦੇਈ ਜਾ, ਤੇਰੇ ਲਈ ਅਗਲੀ ਦੁਨੀਆ ਵਿੱਚ ਬਹਿਸ਼ਤ ਤਿਆਰ ਹੈ। ਹੂਰਾਂ ਤੇਰੀ ਇੰਤਜ਼ਾਰ ਕਰ ਰਹੀਆਂ ਹਨ ਤੇ ਬਹਿਸ਼ਤ ਦੇ ਮੇਵੇ ਤੇਰੇ ਲਈ ਟਹਿਣੀਆਂ ਨਾਲੋਂ ਟੁੱਟਣ ਲਈ ਉਤਾਵਲੇ ਹੋ ਰਹੇ ਹਨ। ਈਸਾਈ ਰਾਹ ਦੀ ਕਠਨ ਤਤੀਕਸ਼ਾ ਭਰੀ ਫਿੱਕੀ ਜ਼ਿੰਦਗੀ ਮਰਨ ਤੋਂ ਮਗਰੋਂ ਆਉਣ ਵਾਲੀ ਅਸਮਾਨੀ ਬਾਦਸ਼ਾਹਤ ਦੀ ਖਿਆਲੀ ਉਮੀਦ ਉੱਤੇ ਹੀ ਬਸਰ ਹੋ ਰਹੀ ਸੀ ਕਿ ਈਸਾਈ ਮਤ ਵੀ ਇਹ ਕਹਿੰਦਾ ਸੀਗਾ ਕਿ ਤੁਹਾਨੂੰ ਵੀ ਜਾ ਕੇ ਅੱਗੇ ਜਿਹੜੀ ਹੈ ਉਹ ਪਰਮਾਤਮਾ ਜਿਹੜੇ ਉਹ ਤੁਹਾਨੂੰ ਬਹੁਤ ਹੀ ਸੁੱਖ ਦੇਣਗੇ, ਆਰਾਮ ਦੇਣਗੇ, ਤੁਹਾਡੀਆਂ ਰੂਹਾਂ ਨੂੰ ਉਠਾਣਗੇ। ਤੋ ਇਸ ਰਸਹੀਣੀ ਦੁਨੀਆ ਸੁਭਾਵਕ ਹੀ ਗੁਸੈਲ ਜਿਹੀ ਬਣ ਗਈ ਸੀ ਤੇ ਕਈ ਵਾਰ ਇਹਨਾਂ ਸਾਰਿਆਂ ਤੋਂ ਤੰਗ ਵੀ ਆ ਜਾਂਦੀ ਸੀ। ਉਹ ਮਜਬੀ ਮਜੌਰਾਂ ਨਾਲ, ਮਜਬਰੀ ਲੀਡਰਾਂ ਨਾਲ ਬਹੁਤ ਵਾਰਾਂ ਝਗੜ ਪੈਂਦੀ, ਪਰ ਆਖਰ ਪੱਥਰ ਦਿਲ ਜਿਹੜੇ ਲੀਡਰ ਸਨ ਧਾਰਮਿਕ, ਉਹਨਾਂ ਹੱਥੋਂ ਸਖਤ ਤਕਲੀਫਾਂ ਪਾ ਕੇ ਚੁੱਪ ਵੀ ਹੋ ਜਾਂਦੀ, ਕਿਉਂਕਿ ਉਹਨੂੰ ਬੜੇ ਬੜੇ ਡੰਡ ਜਿਹੜੇ ਹਨ ਉਹਨਾਂ ਦਾ ਡਰਾਵਾ ਦਿੱਤਾ ਜਾਂਦਾ ਸੀ। ਇਤਿਹਾਸ ਵਿੱਚ ਅਜਿਹੀਆਂ ਬੇਅੰਤ ਮਿਸਾਲਾਂ ਮਿਲਦੀਆਂ ਹਨ, ਜਿਹਾ ਕਿ ਹਿੰਦੂ ਇਤਿਹਾਸ ਵਿੱਚ ਭਗਤ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ।
ਜਦ ਉਹਨਾਂ ਨੂੰ ਭਗਵਾਨ ਦੇ ਭਜਨ ਵਿੱਚ ਸ਼ਾਮਲ ਹੋਣ ਲਈ ਮੰਦਰ ਵਿੱਚ ਵੜਿਆ ਤੱਕ ਬ੍ਰਾਹਮਣ ਨੇ ਧੱਕੇ ਮਾਰ ਬਾਹਰ ਕੱਢ ਦਿੱਤਾ ਤਾਂ ਉਹ ਬੜੇ ਪਰੇਸ਼ਾਨ ਹੋਏ। ਉਹਨਾਂ ਨੇ ਅਭਿਮਾਨੀ ਪੁਰੋਹਿਤਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਮੰਨੀ ਹੋਈ ਹਰ ਇੱਕ ਮਰਿਆਦਾ ਨੂੰ ਪੂਰਾ ਕਰਨਗੇ, ਪਰ ਪ੍ਰਭੂ ਦੀ ਪੂਜਾ ਕਰਨ ਦੀ ਆਗਿਆ ਉਹਨਾਂ ਨੂੰ ਦੇ ਦਿੱਤੀ ਜਾਏ। ਪਰ ਬ੍ਰਾਹਮਣਾਂ ਨੇ ਅੱਗੋਂ ਇਹ ਕਹਿ ਕਿ ਚੂੰਕਿ ਉਹਨਾਂ ਦਾ ਜਨਮ ਸ਼ੂਦਰਾਂ ਦੇ ਘਰ ਦਾ ਹੈ ਤਾਂ ਉਹਨਾਂ ਦੀ ਜਾਤ ਹੀਣੀ ਹੈ, ਉਹ ਦਿਓਰੇ ਵਿੱਚ ਦਾਖਲ ਹੋਣ ਦਾ ਅਧਿਕਾਰ ਨਹੀਂ ਰੱਖਦੇ, ਟਾਲ ਦਿੱਤਾ। ਲਿਖਿਆ ਹੈ ਕਿ ਮਾਸੂਮ ਭਗਤ ਦਿਓਰੇ ਦੇ ਪਿੱਛੇ ਜਾ ਬੈਠਾ। ਉਸਨੇ ਜਿੱਦੀ ਪਰਮੇਸ਼ਰ ਪੁਜਾਰੀਆਂ ਦੇ ਵਿਰੁੱਧ ਫਰਿਆਦ ਕੀਤੀ ਤੇ ਆਵਾਜ਼ ਆਈ, ਤੂੰ ਘਬਰਾ ਨਾ, ਤੈਨੂੰ ਮੁਕਤੀ ਦੇ ਦਿੱਤੀ ਜਾਵੇਗੀ। ਇਸ ਆਕਾਸ਼ਵਾਣੀ ਦੇ ਉੱਤਰ ਵਿੱਚ ਭਗਤ ਨੇ ਕਿਹਾ, ਇਹ ਮਨ ਦੀ ਦਸ਼ਾ ਹੈ, ਇਹ ਕੋਈ ਆਕਾਸ਼ਵਾਣੀ ਹੁੰਦੀ ਨਹੀਂ ਹੈ। ਜਿਵੇਂ ਭਗਤ ਜੀ ਦੇ ਸ਼ਬਦ ਹਨ ਕਿ ਭਗਤ ਕਰਤ ਮੇਰੇ ਤਾਲ ਸੁਣਾਏ, ਤੇ ਬਾਅਦ ਜੋ ਜਿਹੜੇ ਉਹਨਾਂ ਨੇ ਪੰਡਤਾਂ ਨੇ ਉਹਨਾਂ ਨੂੰ ਕੱਢ ਦਿੱਤਾ ਮੰਦਰ ਤੋਂ, ਤੇ ਉਹ ਦਿਓਰੇ ਪਾਸੇ ਬੈਠਾ ਜਾਏ, ਜਿਉਂ-ਜਿਉਂ ਉੱਥੇ ਉਹ ਨਾਮਾ ਹਰਗੁਣ ਉਚਰੇ, ਭਗਤ ਜਨਾਂ ਕਾ ਦਿਓਰਾ ਫਿਰੇ। ਤੇ ਉਹ ਜਿਹੜੇ ਉਹਨਾਂ ਦੇ ਭਗਤ ਜਿਹੜੇ ਨਾਲ ਸਾਧ ਸੰਗਤ ਜਿਹੜੀ ਸੀ, ਉਹ ਸਾਰੀ ਉਹਨਾਂ ਦੇ ਸ਼ਬਦ ਕੀਰਤਨ ਨੂੰ ਸੁਣਨ ਨੂੰ ਬੜੇ ਹੀ ਉਤਾਵਲੇ ਹੋ ਗਏ ਤੇ ਉਹ ਨਾਮਦੇਵ ਦੇ ਨਾਲ ਜੁੜ ਗਏ। ਤੋ ਭਗਤ ਨਾਮਦੇਵ ਜੀ ਨੇ ਮਲਾਰ ਰਾਗ ਦੇ ਵਿੱਚ ਇਹਨਾਂ ਲਫ਼ਜ਼ਾਂ ਨੂੰ ਅੰਕਿਤ ਕੀਤਾ ਹੈ 1292 ਅੰਕ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਆਪ ਜਿਹੜੇ ਉਸ ਵਕਤ ਪੁਜਾਰੀਆਂ ਦੇ ਬ੍ਰਾਹਮਣਾਂ ਦੇ ਇਕਰਾਰ ਸਨ ਕਿ ਇਸ ਜਨਮ ਵਿੱਚ ਤੁਸੀਂ ਸਾਨੂੰ ਦਾਨ ਦਿਓ ਤੇ ਤੁਹਾਨੂੰ ਅਗਲੇ ਜਨਮ ਵਿੱਚ ਮੁਕਤੀ ਮਿਲੇਗੀ, ਤਾਂ ਉਸ ਨੂੰ ਚੈਲੰਜ ਕੀਤਾ ਭਗਤ ਨਾਮਦੇਵ ਜੀ ਨੇ ਕਿ ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਇਹ ਸਿੱਖ ਮਤ ਦਾ ਸਿਧਾਂਤ ਹੈ ਕਿ ਜੀਵਨ ਮੁਕਤ ਦੇ ਸਿਧਾਂਤ ਦੇ ਉੱਪਰ ਅਸੀਂ ਚੱਲਦੇ ਹਾਂ। ਪ੍ਰੇਮ ਦੀ ਪਵਿੱਤਰਤਾ ਕਰਕੇ ਵਿਵੇਕ ਬੁੱਧੀ ਪ੍ਰਾਪਤ ਕਰ ਚੁੱਕੇ ਰੋਸ਼ਨ ਜ਼ਮੀਰ ਭਗਤ ਨਾਮਦੇਵ ਜੀ ਨੂੰ ਮਰਨ ਵਾਲੀ ਮੁਕਤੀ ਵਾਲੀ ਕੁਝ ਤਸੱਲੀ ਨਹੀਂ ਸੀ ਦਿੰਦੀ। ਉਸ ਨੇ ਪਰਮਾਰਥ ਦਾ ਬੂਟਾ ਹਰਾ ਭਰਾ ਸੀ, ਉਸ ਨੂੰ ਤਤਕਾਲ ਫਲ ਲੱਗਣਾ ਦੇਖਣਾ ਚਾਹੁੰਦੇ ਸੀ। ਚੁਨਾਚੇ ਅਜਿਹਾ ਹੀ ਹੋਇਆ ਤੇ ਆਖਰ ਭਗਵਾਨ ਨੇ ਆਪਣਾ ਦਿਓਰਾ ਭਗਤ ਦੇ ਵੱਲ ਕਿਰਪਾ ਕੀਤੀ ਤੇ ਭਗਤ ਜੀ ਦੀ ਜਿਹੜੀ ਭਗਤੀ ਹੈ ਉਹ ਪ੍ਰਵਾਨ ਹੋਈ। ਫੇਰ ਦਿਆ ਦਿਓਰਾ ਨਾਮੇ ਕੋ ਪੰਡਿयन ਕੋ ਪਛਵਾੜ ਲਾ। ਆਪ ਪਾਂਡਿਆਂ ਨੂੰ ਛੱਡ ਕੇ ਜਿਹੜੇ ਪਰਮਾਤਮਾ ਜੀ ਹਨ ਉਹ ਨਾਮਦੇਵ ਜੀ ਦੇ ਉੱਤੇ ਪ੍ਰਸੰਨ ਹੋਏ। ਇਹ ਵਚਨ ਮਲਾਰ ਰਾਗ ਵਿੱਚ ਭਗਤ ਨਾਮਦੇਵ ਜੀ ਨੇ 1292 ਅੰਕ ਦੇ ਉੱਪਰ ਸੁਸ਼ੋਭਿਤ ਕੀਤੇ ਹਨ। ਇਸਲਾਮ ਦੇ ਇਤਿਹਾਸ ਵਿੱਚ ਇਸ ਕਿਸਮ ਦੇ ਮਜ਼ਹਬ ਤੋਂ ਅੱਕੇ ਹੋਏ ਬੇਅੰਤ ਸੰਤਾਂ ਦਾ ਜ਼ਿਕਰ ਆਉਂਦਾ ਹੈ, ਕਿਉਂਕਿ ਜਿੱਥੇ ਚਤੁਰ ਫਲਸਫੀ ਬ੍ਰਾਹਮਣ ਆਉਣ ਵਾਲੀ ਦੁਨੀਆ ਵਿੱਚ ਮਿਲਣ ਵਾਲੇ ਫਲਾਂ ਦਾ ਜ਼ਿਕਰ ਬੜੀ ਚਤੁਰਾਈ ਨਾਲ ਕਰਦਾ ਸੀ, ਉੱਥੇ ਹੀ ਅਰਬ ਦਾ ਸਾਦਾ ਮੁੱਲਾ ਸਿੱਧੀਆਂ ਸਿੱਧੀਆਂ ਗੱਲਾਂ ਉਸ ਨੂੰ ਦੱਸਦਾ ਸੀ। ਉਸ ਨੂੰ ਵਿਸ਼ਵ ਦਾ ਇੱਕ ਖਿਆਲੀ ਨਕਸ਼ਾ ਬਣਾਇਆ ਹੋਇਆ ਸੀ, ਜਿਸ ਵਿੱਚ ਮਨੁੱਖੀ ਭੋਗ ਬੜੀ ਬਹੁਲਤਾ ਤੇ ਜ਼ਰੂਰਤ ਨਾਲ ਪ੍ਰਾਪਤ ਹੋ ਸਕਦਾ ਸੀ, ਜਿਸ ਕਰਕੇ ਭੋਗਾਂ ਤੋਂ ਉਪਰਾਮ ਉੱਚੇ ਜੀਵਨ ਦੇ ਚੜਾਓ ਮਨੁੱਖਾਂ ਨੂੰ ਤਾਂ ਇਹ ਗੱਲ ਕੁਝ ਅਧੀਨ ਹੀ ਕਰਦੀ ਸੀ ਤੇ ਨਾਲ ਹੀ ਉਹ ਸ਼੍ਰੇਣੀ ਵੀ ਜਿਹਨੂੰ ਕਿ ਭੋਗ ਇਸ ਦੁਨੀਆ ਤੇ ਬਹੁਲਤਾ ਅਤੇ ਸਹੂਲਤਾਂ ਨਾਲ ਲੱਭ ਸਕਣ, ਮੁੱਲਾਂ ਦੇ ਮਜ਼ਹਬ ਤੇ ਕੁਝ ਨਿਸ਼ਚਾ ਨਹੀਂ ਸੀ ਰੱਖਦੀ। ਪਰ ਆਮ ਸਧਾਰਨ ਅਨਪੜ੍ਹ ਜਨਤਾ ਜਿਨ੍ਹਾਂ ਨੂੰ ਬੁੱਧੀ ਮੰਡਲ ਵਿੱਚ ਪ੍ਰਵੇਸ਼ ਕਰਨ ਦਾ ਅਵਸਰ ਨਹੀਂ ਸੀ ਮਿਲਿਆ, ਇਸ ਜੀਵਨ ਵਿੱਚ ਭੋਗ ਪ੍ਰਾਪਤੀ ਤੋਂ ਵਾਂਝਾ ਰਹਿਣ ਕਰਕੇ ਮੁੱਲਾਂ ਦੇ ਦੱਸੇ ਹੋਏ ਖੁਦਾ ਦੇ ਫਰਿਸ਼ਤੇ ਰਾਹੀਂ ਕੀਤੇ ਗਏ ਇਕਰਾਰ ਤੇ ਦ੍ਰਿੜ ਹੋਈ ਬੈਠੀ ਸੀ। ਅਜਿਹੀ ਉਮਤ ਦਾ ਰਸਹੀਨ ਜੀਵਨ ਸੁਭਾਵਕ ਹੀ ਖੁਸ਼ਕ ਤੇ ਕ੍ਰੋਧੀ ਸੀ, ਇਸ ਕਰਕੇ ਸ਼ਰਅ ਵਿੱਚ ਸ਼ੱਕ ਲਿਆਉਣ ਵਾਲੇ ਨੂੰ ਕਾਫਰ ਕਰਾਰ ਦਿੱਤਾ ਜਾਂਦਾ ਸੀ ਤੇ ਕੁਫਰ ਦੀ ਸਜ਼ਾ ਮੌਤ ਸੀ। ਇਸ ਰਿਵਾਜ ਨੇ ਬੇਅੰਤ ਸੰਤਾਂ ਨੂੰ ਕਤਲ ਕਰਵਾਇਆ ਤੇ ਤਸੀਹੇ ਵੀ ਦਵਾਏ। ਉਹਨਾਂ ਵਿੱਚੋਂ ਮਨਸੂਰ ਨੂੰ ਸੂਲੀ ਤੇ ਚੜ੍ਹਨਾ ਪਿਆ ਤੇ ਜੁਰਮ ਵਿੱਚ ਕੀ ਸੀਗਾ ਕਿ ਸ਼ਮਸ ਦੀ ਖਲ, ਸ਼ਮਸ ਤਮਰੇਜ਼ ਦੀ ਖਲ ਵੀ ਉਤਾਰੀ ਗਈ, ਇਸੇ ਦੋਸ਼ ਵਿੱਚ ਖਿੱਚੀ ਗਈ। ਚੁਨਾਚੇ ਇਸ ਮਸਲੇ ਤੇ ਇਸਲਾਮਕ ਫਿਲਾਸਫੀ ਦੇ ਜਗਤ ਪ੍ਰਸਿੱਧ ਪੰਡਿਤ ਮੌਲਾਨਾ ਅਬਦੁਲ ਕਲਾਮ ਆਜ਼ਾਦ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ ਫਤਵੇਬਾਜ਼ੀ ਦੇ ਇਸ ਤਰੀਕੇ ਨੇ ਸਾਡੀ ਕੌਮ ਕੋਲੋਂ ਕਿਤਨੇ ਹੀ ਬੇਗੁਨਾਹਾਂ ਦੇ ਖੂਨ ਕਰਵਾਏ ਹਨ ਕਿ ਸਾਡੀ ਕੌਮੀ ਚਾਦਰ ਦੀ
ਇੱਕ ਤਾਰ ਵੀ ਲਹੂ ਦੇ ਧੱਬਿਆਂ ਤੋਂ ਖਾਲੀ ਨਜ਼ਰ ਨਹੀਂ ਆਉਂਦੀ। ਪਰ ਇਹਨਾਂ ਸ਼ਕਤੀਆਂ ਦੇ ਬਾਵਜੂਦ ਵੀ ਸੱਚ ਫਤਵਿਆਂ ਦੇ ਪਹਾੜ ਹੇਠੋਂ ਚਸ਼ਮਿਆਂ ਵਾਂਗ ਫੁੱਟ-ਫੁੱਟ ਨਿਕਲਦਾ ਰਿਹਾ। ਈਰਾਨ ਦੇ ਮਸ਼ਹੂਰ ਕਵੀ ਉਮਰ ਖਿਆਮ ਇੱਕ ਜਗ੍ਹਾ ਤੇ ਇਸ ਉਦਾਰ ਧਰਮ ਦੇ ਮੁਤਲਕ ਇਉਂ ਲਿਖਦੇ ਹਨ: ਗੋਇੰਦ ਬਹਿਸ਼ਤੇ ਹੋਜ਼ੇ ਕੌਸਰ ਬਾਸ਼ਦ ਵਾਜਮ ਮਏ ਨਾਥ ਸ਼ਹੀਦੋ ਸ਼ਕਰ ਬਾਸ਼ਦ ਕੁਨ ਕੁਨ ਕਦਾਏ ਬਾਦਾ ਬਰ ਦਸਤਮ ਦੇਹ ਨਕਦੇ ਕੇ ਹਾਜ਼ਰ ਨਸੀਆਂ ਖੁਸ਼ਤਰ ਬਾਸ਼ਦ। ਕਹਿੰਦੇ ਹਨ ਕਿ ਬਹਿਸ਼ਤ ਵਿੱਚ ਕਾਸਰ ਦਾ ਹੌਜ ਹੋਵੇਗਾ, ਉੱਤੇ ਸੁਰਖ ਸ਼ਰਾਬ ਸ਼ਹਿਦੋ ਸ਼ੱਕਰ ਹੋਣਗੇ, ਪਰ ਮੈਨੂੰ ਉਹਦੇ ਨਾਲ ਕੀ, ਤੂੰ ਸ਼ਰਾਬ ਦਾ ਪਿਆਲਾ ਭਰ ਅਤੇ ਮੇਰੇ ਹੱਥ ਤੇ ਰੱਖ, ਕਿਉਂਕਿ ਉਧਾਰ ਤੇ 1000 ਤੋਂ ਨਗਦ ਇੱਕ ਹੀ ਅੱਛਾ ਹੈ। ਇਸ ਤਰ੍ਹਾਂ ਹੀ ਮੌਜੂਦ ਸਮੇਂ ਦੇ ਮਸ਼ਹੂਰ ਇਸਲਾਮੀ ਫਿਲਾਸਫਰ ਡਾਕਟਰ ਇਕਬਾਲ ਵੀ ਇਹੀ ਲਿਖਦੇ ਹਨ ਕਿ ਬਹਿਸ਼ਤੇ ਹੂरों गिलमा इवज़े तायत मैं ना मानूंगा इन्हीं बातों से है जाहिद ज़हीफ ईमान होता है। ਉਦਾਰ ਧਰਮ ਦੇ ਬਰਖਲਾਫ ਇਹ ਆਵਾਜ਼ਾਂ ਨਵੀਨ ਸੰਤ ਹਿਰਦਿਆਂ ਵਿੱਚੋਂ ਉੱਠਦੀਆਂ ਰਹਿੰਦੀਆਂ ਸਨ, ਜਿਨ੍ਹਾਂ ਨੂੰ ਮਜੌਰਾਂ ਦੇ ਕਬਜ਼ੇ ਵਿੱਚ ਆਈ ਰਾਜਨੀਤੀ ਸ਼ਸਤਰ ਬਲ ਨਾਲ ਦਬਾ ਦਿੰਦੀ ਸੀ। ਪਰ ਅਜਿਹਾ ਰਾਹ ਕੋਈ ਨਹੀਂ ਸੀ ਕੱਢਿਆ ਜੋ ਜਨਤਾ ਦੇ ਸਾਹਮਣੇ ਇਸ ਉਧਾਰ ਵਾਲੇ ਪਰਮਾਰਥ ਦੀ ਥਾਂ ਨਗਦ ਧਰਮ ਰੱਖੇ। ਅਜਿਹਾ ਗਾਡੀ ਰਾਹ ਚਲਾਣਾ ਪ੍ਰਭੂ ਨੇ ਬਾਬੇ ਦੇ ਜਿੰਮੇ ਹੀ ਪਾਇਆ ਸੀ। ਉਹਨਾਂ ਨੇ 10 ਜਾਮੇ ਧਾਰ ਇਸ ਦਾ ਸਹੀ ਨਕਸ਼ਾ ਮਨੁੱਖ ਜਾਤੀ ਦੇ ਸਾਹਮਣੇ ਰੱਖਿਆ ਤੇ ਸਭ ਤੋਂ ਪਹਿਲੇ ਧਰਮ ਨੂੰ ਨਗਦ ਸੂਰਤ ਵਿੱਚ ਪੇਸ਼ ਕੀਤਾ ਤੇ ਕਿਹਾ ਕਿ ਇਸ ਵਿੱਚ ਉਧਾਰ ਦੀ ਕੋਈ ਗੱਲ ਨਹੀਂ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੇ ਕਿਸੇ ਥਾਂ। ਕਿ ਇਸੇ ਜਨਮ ਦੇ ਵਿੱਚ ਹੀ ਜੀਵਨ ਮੁਕਤ ਦੇ ਸਿਧਾਂਤ ਦੀ ਗੱਲ ਕੀਤੀ। ਪਰਮਾਰਥ ਆਪਣੀ ਜਾਤ ਵਿੱਚ ਫਲ ਰੂਪ ਹੈ। ਨੇਕੀ ਕਰਨਾ ਹੀ ਨੇਕੀ ਦਾ ਫਲ ਪਾਣਾ ਹੈ। ਪਰ ਜੀਵਨ ਦੇ ਸਹੀ ਰਸਤੇ ਤੋਂ ਘੁਸੇ ਹੋਏ ਲੋਕ ਇਸ ਰਮਜ ਨੂੰ ਨਹੀਂ ਪਛਾਣਦੇ। ਉਹ ਉਧਾਰ ਦੇ ਸੌਦੇ ਕਰਦੇ ਹਨ। ਆਪ ਜੀ ਨੇ ਫਰਮਾਇਆ, ਗੁਜਰੀ ਕੀ ਵਾਰ, ਸ਼ਲੋਕ ਮਹਲਾ ਤੀਜਾ, ਤੀਜੇ ਪਾਤਸ਼ਾਹ, ਪੰਨਾ 508, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬੋਲ ਅੰਕਿਤ ਹਨ। ਆਪ ਜੀ ਨੇ ਫਰਮਾਇਆ, ਇਹ ਜਗਤ ਬੰਤਾ ਮੁਆ ਜੀਵਨ ਕੀ ਬਿਧ ਨਾ ਹੈ, ਗੁਰ ਕੇ ਭਾਣੇ ਜੋ ਚਲਾਏ ਤਾਂ ਜੀਵਨ ਪਦਵੀ ਪਾਏ। ਆਪ ਗੁਰੂ ਦੇ ਭਾਣੇ ਦੇ, ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਹੀ ਮਨੁੱਖ ਦਾ ਜੀਵਨ ਸੁਚੱਜੀ ਗਾਡੀ ਰਾਹ ਤੇ ਚੱਲ ਸਕਦਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਗਾਡੀ ਰਾਹ ਪ੍ਰਾਪਤ ਹੋਇਆ, ਉਹਨਾਂ ਨੇ ਮਰਨ ਮਗਰੋਂ ਮਿਲਣ ਵਾਲੇ ਮੁਕਤੀ ਪਦ ਦੀ ਉਡੀਕ ਨਹੀਂ ਕੀਤੀ ਤੇ ਨਾ ਹੀ ਉਹ ਸੁਰਗਾਂ ਦੇ ਭੋਗਾਂ ਨੂੰ ਸੋਚਦੇ ਰਹੇ, ਸਗੋਂ ਉਹਨਾਂ ਨੇ ਜੀਵਨ ਵਿੱਚ ਹੀ ਉਸ ਪਦ ਨੂੰ ਪ੍ਰਾਪਤ ਕਰ ਲਿਆ। ਚੁਨਾਚੇ ਗਾਡੀ ਰਾਹ ਪ੍ਰਾਪਤ ਕਰ ਚੁੱਕੇ ਮਨੁੱਖਾਂ ਦੀ ਅਵਸਥਾ ਲਿਖੀ, ਜੋ ਬੜੇ ਹੀ ਸੁਚੱਜੇ ਬੋਲ ਹਨ। ਮਾਰੂ ਰਾਗ ਵਿੱਚ 5ਵੇਂ ਪਾਤਸ਼ਾਹ ਦੇ 1000 ਅੰਕ ਦੇ ਉੱਤੇ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸ਼ਰਨਾਈ ਰਹਾਓ, ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬਹਿਰਾਈ, ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੈ ਨਾ ਪਇਓ ਦੁਰਾਈ, ਸੁਖ ਸੀਤਲ ਸ਼ਰਦਾ ਸਭ ਪੂਰੀ, ਹੋਏ ਸੰਤ ਸਹਾਈ, ਪਾਵਨ ਪਤਤ ਕੀਏ ਖਿਨ ਭੀਤਰ, ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਸਗਲ ਪੈਕ ਹੋਏ, ਗੋਬਿੰਦ ਚਰਨ ਉਠਾਈ, ਨਾਨਕ ਜਸ ਗਾਵੇ ठाकुर का, ਰਹਿਣ ਦਿਨਸ ਲਿਵ ਲਾਈ। ਕਿ ਰਹਿਣ ਦਿਨ ਔਰ ਰਾਤ ਲਿਵ ਲਾ ਕਰਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨ ਦਾ ਗੱਲ ਜਿਹੜੀ ਹੈ ਉਹ ਗਾਡੀ ਰਾਹ ਦੱਸਿਆ। ਇਸੇ ਹੀ ਗਾਡੀ ਰਾਹ ਨੂੰ ਧਰਨ ਕਰਨ ਵਾਲਿਆਂ ਨੇ ਮੌਤ ਤੋਂ ਆਉਣ ਵਾਲੀ ਦੁਨੀਆ ਵਿੱਚ ਮਿਲਣ ਵਾਲੇ ਸੁੱਖਾਂ ਦੀ ਉਡੀਕ ਦੇ ਆਦੇਸ਼ ਦਿਲੋਂ ਲਾਦ ਕਰਦੇ। ਉਹਨਾਂ ਇੱਥੇ ਹੀ ਪਰਮ ਸੁਖ ਪਾ ਲਏ। ਉਹਨਾਂ ਨੇ ਕਿਹਾ ਕਿ ਮਰਨ ਮੁਕਤ ਕੌਣ ਲੱਭਦਾ ਫਿਰੇ, ਇਹ ਪਗਡੰਡੀਆਂ ਦਾ ਰਸਤਾ ਹੈ, ਇਹ ਗਾਡੀ ਰਾਹ ਨਹੀਂ ਹੈ। ਪਗਡੰਡੀਆਂ ਤਾਂ ਕਿਤੇ ਹੋਰ ਪਾਸੇ ਵੀ ਲਿਜਾ ਸਕਦੀਆਂ ਹਨ, ਜੀਵਨ ਦੇ ਰਸਤੇ ਨੂੰ ਉਜੜ ਵੀ ਪਾ ਸਕਦੀਆਂ ਹਨ। ਤਾਂ ਜੀਵਨ ਮੁਕਤ ਦਾ ਰਾਹ ਮੱਲ ਲਈਏ। ਉਹਨਾਂ ਨੇ ਭਾਈ ਗੁਰਦਾਸ ਜੀ ਦੀ ਆਵਾਜ਼ ਗੁਰਮੁਖ ਗਾਡੀ ਰਾਹ ਚਲੰਦਾ ਸੁਣੀ ਤੇ ਭੱਜ ਕੇ ਬਾਬੇ ਵੱਲ ਆਏ ਤੇ ਅੱਗੋਂ ਬਾਬਾ ਜੀ ਨੇ ਜੋ ਬਚਨ ਸੁਣਾਏ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੌੜੀ ਸੁਖਮਣੀ ਵਿੱਚ ਪੰਨਾ 275 ਉੱਪਰ
ये बोल अंकित हन जो उन सुनाए, प्रभ की आज्ञा आत्म हितावै, जीवन मुक्त सो कहावै। तैसा हर्ग तैसा उसोग, सदा आनंद तह नहीं वियोग। तैसा स्वर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंग तैसा राजान। जो ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਤੋ ਜੀਵਨ ਮੁਕਤ ਹੋਣ ਵਾਸਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਭੂ ਦੀ ਆਗਿਆ ਨੂੰ ਮੰਨਣ ਦੀ ਗੱਲ ਕੀਤੀ, ਔਰ ਉਹੀ ਜੀਵਨ ਮੁਕਤ ਦੇ ਰਸਤੇ ਦੇ ਉੱਪਰ ਚੱਲਦਾ ਦੱਸਿਆ ਗਿਆ। ਉਸ ਵਿਅਕਤੀ ਨੂੰ ਜਿਸ ਨੇ ਪ੍ਰਭੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਮੰਨਿਆ, ਔਰ ਉਸ ਨੂੰ ਨਾ ਹਰਕ ਦਾ ਚਿੰਤਾ ਰਹੀ ਤੇ ਨਾ ਉਹਨੂੰ ਸੋਗ ਵਾਲੇ ਪਾਸੇ ਜ਼ਿਆਦਾ ਮੁੜਿਆ, ਤੇ ਉਹਨੂੰ ਹਮੇਸ਼ਾ ਹੀ ਆਨੰਦ ਵਾਲੀ ਅਵਸਥਾ ਵਿੱਚ ਰਿਹਾ। ਉਹਨੂੰ ਕੋਈ ਵੀ ਵਿਯੋਗ, ਕਿਸੇ ਤਰੀਕੇ ਦਾ ਵਿਛੋੜਾ ਨਾ ਸਤਾਇਆ। ਉਸ ਦੇ ਵਾਸਤੇ ਸੋਨਾ ਔਰ ਮਿੱਟੀ ਇੱਕ ਬਰਾਬਰ ਹੋ ਗਿਆ। ਉਸ ਦੇ ਵਾਸਤੇ ਅੰਮ੍ਰਿਤ ਔਰ ਬਿਖ ਜਿਹੜਾ ਹੈ, ਜਿਹੜੇ ਕਿ ਦੱਸੇ ਜਾਂਦੇ ਸਨ ਸਵਰਗਾਂ ਦੇ ਵਿੱਚ ਉਹਨੂੰ ਨਜ਼ਾਰੇ, ਉਹਨਾਂ ਦੇ ਔਰ ਉਸ ਨੂੰ ਨਰਕਾਂ ਦੇ ਡਰਾਵਿਆਂ ਦੇ ਵਿੱਚ ਕੋਈ ਇੰਟਰਸਟ ਨਾ ਰਿਹਾ। ਉਹਨੂੰ ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਕੋ ਪੁਰਖ ਕਹੀਏ ਜੀਵਨ ਮੁਕਤ। ਉਹਨੂੰ ਦੁਨੀਆ ਦੇ ਕਿਸੇ ਵੀ ਲੁਭਾਏਮਾਨ ਚੀਜ਼ਾਂ ਦੇ ਵਿੱਚ ਐਸੇ ਮਨੁੱਖ ਦਾ ਜੀਵਨ ਨਹੀਂ ਖੁੱਭਿਆ, ਤੇ ਉਹ ਪੁਰਖ ਜਿਹੜਾ ਹੈ ਜੀਵਨ ਵਿੱਚ ਹੀ ਉਸ ਨੂੰ ਮੁਕਤੀ ਹਾਸਲ ਹੋ ਗਈ, ਕਿ ਇਹ ਸਾਰੇ ਮਾਇਆ ਦੇ ਭਰਮ ਜਿਹੜੇ ਸਨ ਉਹਨਾਂ ਤੋਂ ਉਹ ਮਨੁੱਖ ਉੱਤਮ ਹੋ ਗਿਆ, ਜਿਹਨੇ ਗੁਰੂ ਦੇ ਦੱਸੇ ਹੋਈ ਆਗਿਆ ਰੂਪੀ ਗਾਡੀ ਰਾਹ ਦੇ ਉੱਪਰ ਆਪਣੇ ਜੀਵਨ ਦੀ ਗੱਡੀ ਨੂੰ ਪਾ ਦਿੱਤਾ। ਗੁਰਮੁਖ ਦੇ ਚਲਾਏ ਹੋਏ ਇਸ ਗਾਡੀ ਰਾਹ ਨੇ ਲੋਕਾਂ ਨੂੰ ਮਰਨ ਮੁਕਤ ਤੋਂ ਛੁਡਾਇਆ ਤੇ ਜੀਵਨ ਮੁਕਤੀ ਬਖਸ਼ਿਸ਼ ਕੀਤੀ। ਉਹਨਾਂ ਨੇ ਭੋਗਾਂ ਵਾਲੇ ਸਵਰਗਾਂ ਤੋਂ ਜਾਨ ਛਡਾਈ, ਤੇ ਕਬੀਰ ਸਾਹਿਬ ਦੇ ਕਹਿਣ ਵਾਂਗ, ਜਿਵੇਂ ਸ਼ਲੋਕ ਕਬੀਰ ਸਾਹਿਬ ਜੀ ਨੇ 1370 ਅੰਕ ਦੇ ਉੱਪਰ ਜੋ ਲਿਖੇ ਹਨ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੇਂ ਰਹੋ ਅੰਤ ਔਰ ਆਦ। ਇਹ ਹੈ ਗਾਡੀ ਰਾਹ ਜਿਸ ਦੇ ਉੱਪਰ ਗੁਰਸਿੱਖ ਨੇ ਆਪਣੀ ਮਨੁੱਖ ਨੇ ਜ਼ਿੰਦਗੀ ਚਲਾਣੀ ਹੈ, ਤਾਂ ਕਿ ਜੀਵਨ ਜਿਹੜਾ ਹੈ ਉਹ ਜੀਵਨ ਮੁਕਤ ਹੋ ਸਕੇ। ਭੋਗਾਂ ਵਾਲੇ ਸੁਰਗਾਂ ਦੀ ਥਾਂ ਪ੍ਰੀਤਮ ਚਰਨਾਂ ਵਿੱਚ ਟਿਕਾ ਨੂੰ ਹੀ ਸਵਰਗ ਕਰ ਜਾਣਿਆ। ਔਰ ਆਪ ਜੀ ਨੇ ਗੱਜ ਕੇ ਕਿਹਾ, ਸਾਧ ਸੰਗਤ ਬੈਕੁੰਠੇ ਆਏ। ਕਹੋ ਕਬੀਰ ਕਹੀਏ ਕਹਾਂ, ਸਾਧ ਸੰਗਤ ਬੈਕੁੰਠੇ ਆਏ। ਇਹ ਸਾਧ ਸੰਗਤ ਵਿੱਚ ਹੀ ਬੈਕੁੰਠ ਹੈ। ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਕਬੀਰ ਸਾਹਿਬ ਨੇ ਉੱਪਰ ਕਿਹਾ ਹੀ ਹੈ। ਗਾਡੀ ਰਾਹ ਵਿੱਚੋਂ ਲੱਭੀ ਹੋਈ ਜੀਵਨ ਮੁਕਤੀ ਹੀ ਸੀ, ਜਿਸ ਨੂੰ ਪ੍ਰਾਪਤ ਕਰ ਭਾਈ ਸਨਮੁਖ ਜੀ ਮਨ ਵਿੱਚ ਰੱਖੀ ਤੇ ਜਗਤ ਵਿਵਹਾਰ ਕਰ ਰਿਹਾ ਸੀ। ਉਹ ਸਹਿਜ ਸੁਭਾਅ ਵਪਾਰ ਕਰਦੇ ਕਰਦੇ ਭਾਈ ਮਨਸੁਖ ਜੀ ਰਾਜਾ ਸ਼ਿਵਨਾਭ ਦੇ ਦੇਸ਼ ਵਿੱਚ ਸ੍ਰੀਲੰਕਾ ਪਹੁੰਚੇ। ਲੋਕਾਂ ਨੂੰ ਸਲਾਮਤੀ ਨਾਲ ਪਾਰ ਲਗਾ ਚੁੱਕੇ ਵਪਾਰੀ ਦਾ ਜਹਾਜ਼ ਅੱਜ ਸੰਗਰਾਦੀਪ ਦੇ ਸਾਗਰ ਕਿਨਾਰੇ ਆ ਲੱਗਾ। ਏਕਾਦਸ਼ੀ ਦਾ ਦਿਨ ਸੀ ਤੇ ਆਉਣ ਵਾਲੇ ਦੁਨਿਆਵੀ ਭੋਗਾਂ ਪ੍ਰਾਪਤੀ ਦੇ ਉਮੀਦਵਾਰਾਂ ਨੇ ਵਰਤ ਰੱਖਿਆ ਹੋਇਆ ਸੀ। ਰਾਜਾ ਪ੍ਰਜਾ ਦੋਹਾਂ ਦਾ ਮਤ ਇੱਕੋ ਸੀ, ਜਿਸ ਕਰਕੇ ਕਿਸੇ ਘਰ ਵਿੱਚ ਅੱਗ ਨਾ ਬਲੀ। ਪਰ ਗਾਡੀ ਰਾਹ ਦੇ ਜੀਵਨ ਮੁਕਤ ਪ੍ਰਾਪਤ ਕਰ ਚੁੱਕੇ ਉਦਾਰਾਂ ਤੋਂ ਨਿਸ਼ਚਿੰਤ ਮਨੁੱਖ ਨੇ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਨੂੰ ਰਿਜਕ ਸਮਾਏ ਦੇ ਮਹਾਵਾਕ ਤੇ ਅਮਲ ਕਰਦਿਆਂ ਹੋਇਆਂ ਪ੍ਰਸ਼ਾਦਾ ਪਕਵਾਇਆ ਤੇ ਲੋੜਵੰਦ ਧਾਰਾਇਆਂ ਨੂੰ ਪਹਿਲਾਂ ਛਕਾ ਕੇ ਖੁਦ ਵੀ ਛਕਿਆ। ਰਾਜੇ ਸ਼ਿਵਨਾਭ ਕੋਲ ਸ਼ਿਕਾਇਤ ਗਈ ਤੇ ਕਾਫਰ ਸੰਗੀਨ ਕੋਠੜੀ ਵਿੱਚ ਕੈਦ ਕਰ ਦਿੱਤਾ ਗਿਆ। ਛੋਟਾ ਰਜਵਾੜਾ ਹੋਣ ਕਰਕੇ ਕੈਦੀਆਂ ਦੀਆਂ ਕੋਠੜੀਆਂ ਸ਼ਾਹੀ ਅਟਾਰੀ ਦੇ ਨਜ਼ਦੀਕ ਹੀ ਪੈਂਦੀਆਂ ਸਨ। ਰਾਜਾ ਸ਼ਿਵਨਾਭ ਇਹਨਾਂ ਦਿਨਾਂ ਵਿੱਚ ਕਿਸੇ ਜ਼ਬਰਦਸਤ ਵੈਰੀ ਦੇ ਹਮਲਾ ਕਰਨ ਦੀ ਸੋਚ ਸੁਣ ਕੇ ਬੜਾ ਹੀ ਜਿਹੜਾ ਉਹ ਚਿੰਤਾ ਤੋਂ ਰਹਿੰਦਾ ਸੀ। ਵਰਤ ਖਤਮ ਹੋਣ ਮਗਰੋਂ ਪਹਿਲੀ ਆਈ ਰਾਤ ਦੇ ਦੌਰ ਚੱਲਦੇ ਰਹੇ, ਸੰਗੀਤ ਹੁੰਦਾ ਰਿਹਾ, ਸਾਜ਼ ਵੱਜਦੇ ਰਹੇ ਤੇ ਫਰਸ਼ ਦੀਆਂ ਹੂਰਾਂ ਦਿਲ ਬਹਿਲਾਉਂਦੀਆਂ ਰਹੀਆਂ। ਪਰ ਜਦੋਂ ਨੀਂਦ ਨੇ ਗਲਬਾ ਪਾ ਲਿਆ ਤਾਂ ਨਿਸ਼ਚਿੰਤ ਤਾਂ ਸਾਰੇ ਸੌਂ ਗਏ, ਪਰ ਚਿੰਤਾ ਤੋਂ ਰਾਜੇ ਨੂੰ ਨੀਂਦਰ ਕਿੱਥੇ। ਉਹ ਕਰਵਟਾ ਬਦਲਦਾ ਰਿਹਾ, ਜਾਂ ਉਸਦੇ ਕੰਨਾਂ ਵਿੱਚ ਕਿਸੇ ਗਾਉਣ ਵਾਲੇ ਦੀ ਮਧੁਰ ਧੁਨ ਸੁਣਾਈ ਦਿੱਤੀ। ਉਸਨੇ ਹੈਰਾਨ ਹੋ ਕੇ ਪਹਿਰਾਦਾਰਾਂ ਨੂੰ ਪੁੱਛਿਆ, ਇਹ ਆਵਾਜ਼ ਕਿਸ ਦੀ ਹੈ?
कौन ये मस्ती भरिया गीत गा रहा है। सिपाही ने अर्ज की, अन्नदाता ये आवाज बंदी खाने की कोठरी विचों आ रही है ते वो परदेसी सुदागर जो धर्म मर्यादा भंग करन दे जुर्म विच बंद किया गया है गा रहा है। राजे ने हैरान होकर कहा, है कैद खाना, पत्थर दा फर्श, मच्छर दा कटना ते फिर रूहानियत दा गीत। अच्छा जाओ तो उसनू लिया के मेरे सामने पेश करो। हुक्म की देर सी, कोठड़ी का दरवाजा खुलिया ते कैदी एक पल विच राजे के सामने आन खड़ाया गया। राजे दियां चिंता तो रखा ने एक मुस्कुरांदा होया चेहरा ते रस पीने नैन अपने सामने तके तां बेअख्तियार हो कैदी नू पुछन लगा, मैनू राजे राज दे सारे सुख प्राप्त ਹਨ। रेशमी सेजां, परियां दे झुरमुट, बेहतरीन गाउंदियां ते राग ते आला किस्म दे नशे पीण नू फिर भी चिंता रोग शांत नहीं होने दिंदा। परंतु तू जो संगीन कोठड़ी का कैदी है ते जिस नू पत्थर सौण लई, मच्छर कटण लई ते कंबल ओढ़ण लई मिले ते तू किस तरह निश्चिंत होके गा रहा है। कैदी ने मुस्कुरा के कहा, यह कोई बड़ा सवाल नहीं है। तेरे सुख तन दे हन ते मेरे मन दे, जिस करके तेरा तन सुखी है ते मेरा मन आराम विच है। शिवनाब ने पूछा, मन दे सुख कित्थे मिलते हैं। भाग परे मन सुख भाई ने कहा, मेरा दा एक नवा हट खुला है, उत्थे ये वखर मिलती है। गुरमुख ने एक गाड़ी राह चलाया है, उसते तुरिया ही ये निश्चिंतता प्राप्त होती है और मन का सुख प्राप्त होता है। राजा शिवनाब कैदी के चरणों में ढह पिया ते कहन लगा, मैनू भी वो मोती मिला जिस दे तोशे खाने चों मन का सुख प्राप्त होता है। गुरसिख ने कहा, सिदक धार ते उड़ीक रख, दाता आप ही टुट के आ जाएंगे। शिवनाब उड़ीक विच बैठ गया, उसकी तांग सदना भरी सी। वो उछल उछल इउं कहंदा हुंदा सी, मनमुख जो इत्थे आया सी वो मन दे सुख सिखा गया। रस झूम विच सी मस्त ओ, मैनू चाट ला गया। उजड़े रिवाज दिल मेरे विच, याद एक वसा गया। कोई तू कलेजे पा गया, बिरहों दी छो लगा गया। वो कह गया कर याद तू, बस टुट के ही आ जाएगा। दसो नी मेरा वालड़ा, कद मेरा माही आएगा। दसो नी मेरा वालड़ा, कद मेरा माही आएगा। शिवनाब दे शोक ने भी रंग लियांदा। बाबा नानक जी पुजे, गाड़ी राह दस्या ते जीवन जोत जगा, उधार दे रसहीन कर्म कांडां तो शिवनाब दी जान छुड़ाई। इसे गाड़ी राह ते चलन वालियां नू प्राप्त होए धर्म दा जिक्र भाई मनी सिंह ने अपने कातल नाल कीता सी ते दस्या सी कि कतल हो जाना ही साडा जीवन मुक्त नू प्राप्त कर लेना है। लिखिया है, जब कातल ने भाई साहब का मुस्कुरांदा होया चेहरा तकिया तां कहन लगा, भोले कैदी, शायद तेनू पता नहीं कि तेरा अंत किस तरह होना है। मैनू इको वार तेरा कतल करन दी आग्या नहीं, सगों सहजे सहजे तेरा बंद बंद कटन दा हुक्म है। भाई साहब बोले, अंग अंग ते मेरे तू कातल, खंजर जदों चलाएगा, कट कट के बंद तू मेरे, धरती जदों वगाएगा, दर्द प्याले भर भर के असी जाम वांग पी जावांगे। सुन कातल असी रल मिल दोवें अजब तमाशा लावांगे। सुन कातल असी रल मिल दोवें अजब तमाशा लावांगे। एक गल सुन के जलाद आश्चर्य रह गया ते कहन लगा, ਇਹ ਤਰੀਕਾ ਤੁਸੀਂ ਕਿੱਥੋਂ ਸਿੱਖਿਆ ਹੈ, ਜਿਸ ਕਰਕੇ ਤੁਹਾਨੂੰ ਖੰਜਰਾਂ ਦੇ ਵਾਰ ਵੀ ਨਸ਼ੇ ਦੇ ਪਿਆਲੇ ਪ੍ਰਤੀਤ ਹੁੰਦੇ ਹਨ। ਤਾਂ ਸ਼ਹੀਦ ਨੇ ਕਿਹਾ ਕਿ ਸਾਨੂੰ ਇੱਕ ਮੁਰਸ਼ਿਦ ਮਿਲਿਆ ਹੈ ਜਿਸ ਨੇ ਇਸ਼ਕ ਦਾ ਮਜਬ ਸਿਖਾਇਆ ਹੈ। ਇਸ ਵਿੱਚ ਕੋਈ ਉਧਾਰ ਨਹੀਂ, ਸਭ ਕੁਝ ਨਗਦੀ ਹੀ ਨਗਦ ਹੈ। ਉਹ ਮੁਰਸ਼ਿਦ ਦੇ ਚੇਲੇ ਹਾਂ, ਇਹ ਸਾਬਤ ਕਰ ਦਿਖਲਾਵਾਂਗੇ। ਸੁਨ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਜਲਾਦ ਕਹਿਣ ਲਗਾ, ਇਹ ਵੀ ਕੋਈ ਨਿਰਾਲਾ ਮਜਬ ਹੈ। ਮਾਲੂਮ ਹੁੰਦਾ ਹੈ ਕਿ ਤੁਹਾਨੂੰ ਕਿਸੇ ਉਚੇਰੇ ਬਾਇਸ਼ਤੀ ਦਾ ਸਿਪਾਹੀ ਹੈ। ਤੁਸਾਂ ਕੋਈ ਅਨੋਖੀਆਂ ਹੋਰਾਂ ਵਰਨੀਆਂ ਹਨ, ਇਸ ਕਰਕੇ ਐਡੇ ਤਸੀਹੇ ਸਹਿ ਰਹੇ ਹੋ। ਭਾਈ ਸਾਹਿਬ ਨੇ ਕਿਹਾ, ਕਾਤਲ, ਆਖਰ ਤੂੰ ਵੀ ਤਾਂ ਵਿਦੋਸ਼ਾਂ ਨੂੰ ਕਤਲ ਕਰਨ ਦਾ ਕਠਿਨ ਕੰਮ ਕਰ ਰਿਹਾ ਹੈ। ਤਾਂ ਕਾਤਲ ਨੇ ਕਿਹਾ, ਮੈਂ ਤਾਂ ਪੇਟ ਪਾਲਣ ਲਈ ਮਾਲਕ ਦਾ ਹੁਕਮ ਮੰਨਦਾ ਹਾਂ। ਟੁੱਕਰ ਜੋ ਖਾਣਾ ਹੋਇਆ, ਨੌਕਰੀ ਦੇ ਫਰਜ਼ ਪੂਰੇ ਕਰਨੇ ਪੈਂਦੇ ਹਨ।
जलाद दे इस तरह कहण ते शहीद ने उसके सामने नगद धर्म रखिया ते आख्या, तू आखे टुकड़ दा नौकर मालक हुक्म मनांदा हां, मैं जीवन दा मांगत जिसदा तिस नूं प्यार रजांदा हां, तेरी तलब रुपईए आपां जीवन पदवी पावांगे, सुन कातल आपां रल मिल दोवें अजब तमाशा लावांगे, सुन कातल आपां रल मिल दोवें अजब तमाशा लावांगे। इस तरह शहीद होण तो शहादत पाउण नूं ही जीवन मनोरथ ਦੀ ਪ੍ਰਾਪਤੀ ਦੱਸ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਗੁਰਮੁਖ ਗਾਡੀ ਰਾਹ ਦਾ ਪਰਚਾ ਕਾਤਲ ਨੂੰ ਦਿੱਤਾ। ਗੱਡੀ ਰਾਹ ਦਾ ਪਰਚਾ ਕਾਤਲ ਨੂੰ ਦਿੱਤਾ, ਉਹਨੂੰ ਸਮਝਾਇਆ। ਇਸ ਉਦਾਰ ਧਰਮ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਤੇ ਉਹਨਾਂ ਨੂੰ ਇਸ ਵਿੱਚ ਪਰਚਾਈ ਰੱਖਣ ਲਈ ਇਹ ਜ਼ਰੂਰੀ ਸੀ ਕਿ ਮਨੁੱਖ ਨੂੰ ਵਿਵੇਕ ਬੁੱਧੀ ਤੋਂ ਪਰੇ ਹੀ ਰੱਖਿਆ ਜਾਂਦਾ, ਤਾਂ ਕਿ ਉਹ ਸਤ ਅਸਤ ਦੀ ਵਿਚਾਰ ਨਾ ਕਰ ਸਕੇ, ਕਿਉਂਕਿ ਜੋ ਅਜਿਹਾ ਕਰਨ ਨਾਲ ਮਨੁੱਖ ਸਾਰਿਆਂ ਦੇ ਧਰਮ ਉੱਤੇ ਦ੍ਰਿੜ ਨਹੀਂ ਸੀ ਰਹਿ ਸਕਦਾ। ਇਹੀ ਕਾਰਨ ਸੀ ਕਿ ਪ੍ਰੋਹ ਜਮਾਤ ਮਨੁੱਖਾਂ ਨੂੰ ਅੰਧ ਵਿਸ਼ਵਾਸ ਵਿੱਚ ਫਸਾਈ ਰੱਖਣ ਤੇ ਸਾਰਾ ਜ਼ੋਰ ਲਾਈ ਬੈਠੀ ਸੀ। ਤਾਂ ਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਜੋ ਕਿ ਮਨੁੱਖ ਨੂੰ ਬੁੱਧੀ ਮਾਰਗ ਤੇ ਚੱਲਣ ਲਈ ਗਾਡੀ ਰਾਹ ਦੱਸਣ ਆਏ ਸਨ, ਬੁੱਧੀ ਮਾਰਗ ਤੇ ਗਾਡੀ ਰਾਹ ਦੱਸਣ ਆਏ ਸਨ, ਉਸ ਵੇਲੇ ਦੀ ਪ੍ਰਚਲਿਤ ਮਜ਼ਹਬੀ ਤਾਲੀਮ ਦੇ ਕੇ ਕੇਂਦਰਾਂ ਤੇ ਪੁੱਜੇ, ਤਾਲੀਮ ਦੇ ਕੇਂਦਰਾਂ ਤੇ ਪੁੱਜੇ। ਫਿਰ ਮਾਲੂਮ ਕੀਤਾ ਕਿ ਮਨੁੱਖ ਨੂੰ ਟਪਲਾ ਦਿੱਤਾ ਜਾ ਰਿਹਾ ਹੈ। ਕਿ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 5ਵੀਂ ਪੌੜੀ ਦੇ ਵਿੱਚ ਇਹ ਵਰਣਨ ਕੀਤਾ ਹੈ ਕਿ ਬਾਬਾ ਆਇਆ ਤੀਰਥ ਹੈ, ਤੀਰਥ ਪੂਰਬ ਸਭੇ ਫਿਰ ਦੇਖੇ, ਪੂਰਬ ਧਰਮ ਬਹੁ ਕਰਮ ਕਰ, ਆਓ ਭਗਤ ਬਿਨ ਕਿਤੇ ਨਾ ਲਿਖੇ। ਮਜ਼ਹਬੀ ਦੇਵ ਸਥਾਨਾਂ ਤੇ ਪੁੱਜ ਕੇ ਗੁਰੂ ਬਾਬੇ ਨੇ ਦੇਖਿਆ ਕਿ ਲੋਕਾਂ ਨੂੰ ਨਿਰਾਰਤ ਕਰਮ ਕਾਂਡ ਵਿੱਚ ਫਸਾਇਆ ਜਾ ਰਿਹਾ ਹੈ। ਇਸ ਮਜ਼ਹਬੀ ਕੈਦ ਵਿੱਚ ਫਸੇ ਹੋਏ ਸ਼ਰਧਾਲੂ ਅੰਧ ਵਿਸ਼ਵਾਸ ਦੀ ਤਾਲੀਮ ਦਿੱਤੀ ਜਾ ਰਹੀ। ਗਾਡੀ ਰਾਹ ਚੱਲਣ ਵਾਲੇ ਬਾਬਾ ਜੀ ਨੇ 10 ਜਾਮੇ ਧਾਰ ਕੇ ਅਕਲ ਦਾ ਰਸਤਾ ਦ੍ਰਿੜ ਕਰਾਇਆ, ਆਪਣੇ ਮਨੁੱਖ ਬੁੱਧੀ ਨੂੰ ਜਗਾਇਆ ਤੇ ਅੰਧ ਵਿਸ਼ਵਾਸ ਦੇ ਜਾਲ ਨੂੰ ਦਲੀਲ ਦੇ ਬਲ ਨਾਲ ਤਾਰ-ਤਾਰ ਕਰ ਸੁੱਟਿਆ। ਅੰਧ ਵਿਸ਼ਵਾਸ ਦੇ ਮੁਦਈ ਮਨੁੱਖ ਨੂੰ ਭਰਮ ਚੱਕਰ ਵਿੱਚ ਇਤਨਾ ਥੱਲੇ ਲੈ ਗਏ ਸਨ ਕਿ ਉਹ ਉਹਨਾਂ ਦੇ ਆਖੇ ਲੱਗ ਕੇ ਚੁੱਪ ਕੀਤਾ, ਪੱਥਰ ਨੂੰ ਹੀ ਪੂਜੀ ਜਾਂਦਾ ਸੀ, ਮਕਾਨਾਂ ਦੀ ਹੀ ਪਰਿਕਰਮਾ ਕਰੀ ਜਾਂਦਾ ਸੀ ਤੇ ਉਹਨਾਂ ਨੂੰ ਖੁਦਾ ਦਾ ਘਰ ਸਮਝ ਉਹਨਾਂ ਦੀ ਯਾਤਰਾ ਕਰਨਾ ਹੀ ਮਨੁੱਖੀ ਜੀਵਨ ਦਾ ਵੱਡਾ ਪਰਮਾਰਥ ਕਰਮ ਮੰਨੀ ਬੈਠਾ ਸੀ। ਗੁਰੂ ਬਾਬਾ ਜੀ ਨੇ ਮਨੁੱਖ ਨੂੰ ਇਹਨਾਂ ਵਹਿਮਾਂ ਤੋਂ ਕੱਢਿਆ, ਆਪ ਨੇ ਉਸ ਨੂੰ ਜਗਾਇਆ ਤੇ ਕਿਹਾ ਕਿ ਤੂੰ ਆਪਣੇ ਆਪ ਨੂੰ ਸੰਭਾਲ, ਤੇਰੀ ਕੀ ਦੀਨ ਦਸ਼ਾ ਹੋ ਰਹੀ ਹੈ। ਤੂੰ ਸਰਬ ਜੂਨਾ ਤੋਂ ਉੱਤਮ ਜਨਮ ਵਾਲਾ ਹੈ, ਪਰ ਤੈਨੂੰ ਅੰਧ ਵਿਸ਼ਵਾਸ ਦੀ ਬੂਟੀ ਪਿਲਾ ਕੇ ਕੁਰਾਹੇ ਪਾਇਆ ਜਾ ਰਿਹਾ ਹੈ। ਤੂੰ ਪੱਥਰਾਂ ਤੋਂ ਮੁਰਾਦਾਂ ਮੰਗਦਾ ਹੈ। ਜਰਾ ਸੋਚ ਤੇ ਸਹੀ। ਸਾਰੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਦੇ ਬਚਨ ਹਨ, 1240 ਅੰਕ ਦੇ ਉੱਪਰ, ਘਰ ਨਾਰਾਇਣ ਸਭਾ ਨਾਲ, ਪੂਜ ਕਰੇ ਰੱਖੇ ਨਾਵਾਲ, ਕੁੰਗੂ ਚੰਨਣ ਫੂਲ ਚੜਾਏ, ਪਿਆਰੀ ਪੈ ਪੈ ਬਹੁਤ ਮਨਾਏ, ਮਾਨੂਆ ਮੰਗ ਪੈਣੇ ਖਾਏ, ਅੰਧੀ ਕਮੀ ਅੰਧ ਸਜਾਏ, ਭੁੱਖਿਆਂ ਦੇ ਨਾ ਮਰਦਿਆਂ ਰੱਖੈ, ਅੰਧਾ ਝਗੜਾ ਅੰਧੀ ਸਥੈ। ਆਪਨੇ ਫਰਮਾਇਆ ਕਿ ਅੰਧ ਵਿਸ਼ਵਾਸ ਦੇ ਅਧੀਨ ਹੋ ਕੇ ਅੰਧ ਵਿਸ਼ਵਾਸੀਆਂ ਦੀ ਸਭਾ ਨਾਲ ਰੱਬ ਨੂੰ ਨਿਹਾਲ ਕੇ ਕੁੰਗੂ ਚੰਦਨ ਤੇ ਫੁੱਲਾਂ ਨਾਲ ਪੂਜਾ ਕਰ, ਪਿਆਰੀ ਪੈ ਪੈ ਮਨਾਉਣ ਵਾਲੇ ਨੂੰ ਕੀ ਤੈਨੂੰ ਪਤਾ ਕਿ ਉਹ ਨਾ ਭੁੱਖਿਆਂ ਨੂੰ ਦਿੰਦਾ ਹੈ ਤੇ ਨਾ ਮੁਰਦਿਆਂ ਨੂੰ ਰੱਖ ਹੀ ਸਕਦਾ ਹੈ। ਪੱਥਰ ਭਲਾ ਮਨੁੱਖ ਨੂੰ ਦੇ ਵੀ ਕੀ ਸਕੇ। ਮਨੁੱਖੀ ਜੀਵਨ ਰੌਂ ਦੀ ਆਖਰੀ ਤੇ ਪੂਰਨ ਚਮਕ ਤੇ ਪੱਥਰ ਸੁੰਨ ਅਵਸਥਾ ਹੈ। ਬੇਖਬਰੀ ਤੋਂ ਬਾਖਬਰ ਨੂੰ ਕੀ ਲਾਭ ਹੋ ਸਕਦਾ ਹੈ ਤੇ ਬੇਜਾਨ ਤੇ ਜਾਨਦਾਰਾਂ ਤੇ ਸਰਦਾਰ ਨੂੰ ਕੀ ਉਮੀਦ ਹੈ। ਆਪਨੇ ਇਸ ਰਮਜ ਨੂੰ ਖੋਲਦਿਆਂ ਆਇਆ ਫਰਮਾਇਆ ਕਿ ਇਹਨਾਂ ਮਾਕਾਂ ਵਿੱਚ ਜੋ 33 ਸਵਈਏ ਜਿਹੜੇ ਹਨ, ਉਹਨਾਂ ਵਿੱਚ ਫਰਮਾਇਆ ਕਿ ਫੋਕੜ ਧਰਮ ਭਇਓ ਫਲਹੀਨ, ਜੋ ਪੂਜ ਸਲਾ ਜੁਗ ਕੋਟ ਗਵਾਈ, ਸਿੱਧ ਕਹਾਂ ਸਿਲਕੇ ਪਰਸੇ, ਬਲ ਬ੍ਰਿਧ ਘਟੀ ਨਵ ਨਿਧ ਨਾ ਪਾਈ, आज ही आज समय जो बित्यो, न काज सरियो कुछ लाज न आई, श्री भगवंत भजो न अरे जड़, ऐसे ही ऐसो भैस गवाई। जो जग तय कर है तपसा, कछ तोय प्रसन्न न पाहन कह है, हाथ उठाए भली विद से जड़, तोहे कछु बरदान न दे है, कौन परोस भयो एह को,
ਕਉ ਭੀਰ ਪਰੀ ਨੈ ਆਨ ਬਚੈ ਹੈ, ਜਾਨ ਰੇ ਜਾਨ ਅਜਾਨ ਹਠੀ, ਇਹ ਫੋਕੜ ਧਰਮ ਸੋ ਭਰਮ ਗਵੈ ਹੈ। ਇਹਨਾਂ ਮਹਾਵਾਕਾਂ ਵਿੱਚ ਸਾਫ਼ ਅੰਧ ਵਿਸ਼ਵਾਸ ਦੀ ਕਲਈ ਖੋਲੀ ਗਈ ਹੈ ਤੇ ਮਨੁੱਖ ਬੁੱਧੀ ਨੂੰ ਜਗਾਇਆ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਅਜਿਹੀ ਪੂਜਾ ਭਰਮ ਦੇ ਆਸਰੇ ਕਾਇਮ ਹੋਏ ਫੋਕੜ ਧਰਮ ਦੇ ਆਸਰੇ ਹੀ ਕਾਇਮ ਰਹਿ ਸਕਦੀ ਹੈ ਤੇ ਭਰਮਾਂ ਵਿੱਚ ਭੁੱਲੇ ਹੋਏ ਮਨੁੱਖ ਹੀ ਆਪਣੀ ਨਿਜ ਅਵਸਥਾ ਦੇ ਲਾਂਭੇ ਹੋ ਕੇ ਪੱਥਰਾਂ ਕੋਲੋਂ ਮੁਰਾਦਾਂ ਮੰਗਦੇ ਫਿਰਦੇ ਹਨ, ਪਰ ਜੀਵਨ ਦੀ ਪ੍ਰਾਪਤੀ ਦਾ ਸਾਧਨ ਤਾਂ ਕੇਵਲ ਕਰਤਾ ਪੁਰਖ ਦੀ ਪੂਜਾ ਕਰਨਾ ਹੈ। ਪਰ ਪੁਜਾਰੀਆਂ ਦੇ ਜਾਲ ਵਿੱਚ ਫਸਿਆ ਮਨੁੱਖ ਕਰਮਾਂ ਨੂੰ ਛੱਡ ਕੀਰਤਨ ਦੀ ਪੂਜਾ ਵਿੱਚ ਉਥਲ ਰਿਹਾ ਹੈ। ਉਸ ਨੂੰ ਇਹ ਭੁੱਲ ਹੀ ਗਿਆ ਹੈ ਕਿ ਮਨੁੱਖ ਲਈ ਹਰ ਸ਼ੈ ਦੀ ਪਰਖ ਬੁੱਧੀ ਨਾਲ ਕਰ ਲੈਣੀ ਹੀ ਮਨੁੱਖਤਾ ਹੈ। ਗੁਰਮੁਖਾਂ ਦੇ ਗਾਡੀ ਰਾਹ ਵਿੱਚ ਅਕਲ ਦੀ ਰੋਸ਼ਨੀ ਨਾਲ ਮੈਂ ਹਰ ਸ਼ੈ ਨੂੰ ਪਰਖਣ ਦੀ ਤਾਕੀਦ ਹੋਈ। ਇੱਥੋਂ ਤੱਕ ਕਿ ਸਤਿਗੁਰਾਂ ਨੇ ਕ੍ਰੋਧ ਨੂੰ ਵੀ ਬੁੱਧੀ ਦੀ ਵਰਤੋਂ ਕਰਨ ਨਾਲ ਲਈ ਪ੍ਰੇਰਿਆ ਤੇ ਉਸ ਦੀ ਤਵੱਜੋ ਅੰਧ ਵਿਸ਼ਵਾਸ ਦੇ ਟਿਕਿਆ ਹੋਇਆ ਨਿਸ਼ਚਿਆਂ ਦੀ ਕਮਜ਼ੋਰੀ ਵੱਲ ਦਵਾਈ। ਗੁਰਬਾਣੀ ਵਿੱਚ ਅਜਿਹੇ ਬੇਅੰਤ ਗੋਸ਼ਟਾਂ ਦਾ ਜ਼ਿਕਰ ਹੁੰਦਾ ਹੈ, ਖਾਸ ਕਰਕੇ ਆਸਾ ਦੀ ਵਾਰ ਤਾਂ ਸੂਰਮੇ ਦੀ ਲੜਾਈਆਂ ਦੀਆਂ ਵਾਰਾਂ ਵਾਂਗ ਹੀ ਹੈ। ਵਿਵੇਕ ਬੁੱਧੀ ਤੇ ਅੰਧ ਵਿਸ਼ਵਾਸ ਦੀ ਲੜਾਈ ਦੀ ਵਾਰ ਸਤਿਗੁਰਾਂ ਦੁਆਰਾ ਮਿਲੀ ਹੋਈ ਵਿਵੇਕ ਬੁੱਧੀ ਜਗਿਆਸੂ ਨੂੰ ਮਨੁੱਖਤਾ ਤੋਂ ਦੇਵਤਾ ਕਰਨਾ ਚਾਹੁੰਦੀ ਹੈ, ਪਰ ਅੰਧ ਵਿਸ਼ਵਾਸ ਵਿੱਚ ਆਪਣੇ ਪੁਰਾਣੇ ਪਾਏ ਹੋਏ ਜਾਲ ਦੀਆਂ ਤਨਾਵਾਂ ਨੂੰ ਕੱਸ ਕੇ ਮਨੁੱਖੀ ਮਨ ਨੂੰ ਅੰਧੇਰੇ ਬਣਾਉਣਾ ਲੋੜਦਾ ਹੈ। ਇਸ ਵਿੱਚ ਬੜੀ ਖੂਬਸੂਰਤ ਚੋਟਾਂ ਅਜਿਹੀਆਂ ਆਉਂਦੀਆਂ ਹਨ, ਜਿਹਾ ਕਿ ਸੂਤਕ ਦੀ ਬਹਿਸ ਤੱਕੋ ਬ੍ਰਾਹਮਣ ਅੰਧ ਵਿਸ਼ਵਾਸੀ ਭਗਤ ਨੂੰ ਦ੍ਰਿੜ ਕਰਾਉਂਦਾ ਹੈ ਕਿ ਨਵੇਂ ਬੱਚੇ ਦੇ ਜਨਮ ਤੇ ਸੂਤਕ ਪੈ ਜਾਂਦਾ ਹੈ, ਇਸ ਕਰਕੇ ਘਰ ਵਿੱਚ ਅਪਵਿੱਤਰਤਾ ਫੈਲ ਜਾਂਦੀ ਹੈ। ਉਹ ਖਾਸ ਧਾਰਨਾ ਕਰਕੇ ਹੀ ਦੂਰ ਹੋ ਸਕਦੀ ਹੈ। ਗੁਰੂ ਬਾਮਨ ਜੀ ਨੂੰ ਤੇ ਸਵਾਲ ਕਰਦੇ ਹਨ ਤੇ ਪੁੱਛਦੇ ਹਨ। ਆਸਾ ਕੀ ਵਾਰ ਵਿੱਚ ਪੰਨਾ 472 ਦੇ ਉੱਪਰ ਧੰਨ ਗੁਰੂ ਨਾਨਕ ਪਾਤਸ਼ਾਹ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਆਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ, ਨਾਨਕ ਸੂਤਕ ਏਮ ਨਾ ਉਤਰੇ, ਗਿਆਨ ਉਤਾਰੇ ਤੋਏ। ਹਜੂਰ ਨੇ ਫਰਮਾਇਆ ਕਿ हे ਬ੍ਰਾਹਮਣ, ਜੇਕਰ ਜੀਵ ਦੇ ਜੰਮਣ ਨਾਲ ਹੀ ਸੂਤਕ ਪੈਂਦਾ ਹੈ ਤਾਂ ਕਿਸ ਕਿਸ ਦਾ ਸੂਤਕ ਘਟਾਇਆ ਜਾ ਸਕੇਗਾ। ਜਿੱਥੇ ਗੋਹੇ ਦਾ ਤੂੰ ਲੇਪ ਦੇ ਰਿਹਾ ਹੈ, ਉਸ ਗੋਹੇ ਵਿੱਚ ਵੀ ਜੀਵ ਹਰ ਛਿਨ ਪੈਦਾ ਹੋ ਰਹੇ ਨੇ। ਲੱਕੜੀ ਵਿੱਚ ਜੀਵ, ਪਾਣੀ ਵਿੱਚ ਜੀਵ, ਕਿਸ ਕਿਸ ਦਾ ਸੂਤਕ ਘਟਾਏਗਾ। ਇਹ ਤਰੀਕਾ ਹਟਾਉਣ ਦਾ ਨਹੀਂ। ਹਾਂ, ਇਹ ਗੱਲ ਠੀਕ ਹੈ ਕਿ ਨਵੇਂ ਜਨਮੇ ਬਾਲਕ ਵਿੱਚ ਗਿਆਨ ਦੀ ਅਣਹੋਂਦ ਕਰਕੇ ਜੋ ਕਮੀ ਹੈ, ਉਸ ਨੂੰ ਜੇ ਸੂਤਕ ਆਖਿਆ ਜਾਏ ਤਾਂ ਉਹ ਗਿਆਨ ਨਾਲ ਹੀ ਦੂਰ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ਕਿਸੇ ਧਨੀ ਜਜਮਾਨਾਂ ਕੋਲੋਂ ਪਿਤਰਾਂ ਨਿਮਿਤ ਸ਼ਰਾਧ ਕਰਾ ਰਹੇ ਬ੍ਰਾਹਮਣਾਂ ਨੂੰ ਦੇਖ ਕੇ ਸਤਿਗੁਰਾਂ ਨੇ ਫਰਮਾਇਆ, ਜੇ ਮੁਹਾਕਾ ਘਰ ਮੋਹੇ ਪਿਤਰੀ ਦੇ, ਅੱਗੇ ਬਸ ਸਿੰਝਾਣੀ ਹੈ ਪਿਤਰੀ ਚੋਰ ਕਰੇ, ਵੱਡੀ ਹੱਥ ਦਲਾਲ ਕੇ ਮੁਨਸਫੀ ਇਹ ਕਰੇ। ਆਸਾ ਕੀ ਵਾਰ ਪੰਨਾ 472। हे ਪ੍ਰੋਹਤ, ਇਹ ਜਜਮਾਨ ਕੋਲੋਂ ਉਸਦੇ ਪਿਤਰਾਂ ਨੇ ਪਹੁੰਚਾਣ ਹਿਤ ਪੂਜਾ ਲੈ ਰਿਹਾ ਹੈ। ਉਹ ਬਿਗਾਨੇ ਘਰਿਆਂ ਤੋਂ ਖੋਇਆ ਹੋਇਆ ਮਾਲ ਹੈ। ਜੇ ਤੂੰ ਸੱਚਮੁੱਚ ਹੀ ਕਿਸੇ ਅਗਲੇ ਲੋਕ ਵਿੱਚ ਜਜਮਾਨ ਦੇ ਪਿਤਰਾਂ ਨੂੰ ਪਹੁੰਚਾਉਣ ਗਿਆ ਤਾਂ ਉੱਥੇ ਉਹਨਾਂ ਦੇ ਪਿੱਤਰ ਵੀ ਮੌਜੂਦ ਹੋਣਗੇ ਜਿਨ੍ਹਾਂ ਦੇ ਘਰਾਂ ਤੋਂ ਇਹ ਮਾਲ ਠੱਗਿਆ, ਤਾਂ ਕਿ ਫਿਰ ਅਜਿਹਾ ਚੋਰੀ ਦਾ ਮਾਲ ਪਹੁੰਚਾਉਣ ਵਾਲਾ ਫੜਿਆ ਨਾ ਜਾਵੇਗਾ ਤੇ ਅਜਿਹੇ ਦਲਾਲ ਦੇ ਮੁਨਸਫੀ ਹੋਏ ਤਾਂ ਹੱਥ ਨੂੰ ਕੱਢ ਦਿੱਤੇ ਜਾਣਗੇ। ਬਾਣੀ ਵਿੱਚੋਂ ਇਹੋ ਜਿਹੀਆਂ ਕਈ ਗੋਸ਼ਟਾਂ ਹਨ। ਇਹਨਾਂ ਰਾਹੀਂ ਸਤਿਗੁਰਾਂ ਨੇ ਮਨੁੱਖ ਨੂੰ ਬੁੱਧੀ ਦੇ ਰਸਤੇ ਚੱਲਣ ਲਈ ਪ੍ਰੇਰਿਆ। ਸਾਖੀ ਵਿੱਚ ਵੀ ਕਈ ਇਹੋ ਜਿਹੇ ਕੌਤਕਾਂ ਦਾ ਜ਼ਿਕਰ ਹੈ, ਜਿਨ੍ਹਾਂ ਰਾਹੀਂ ਅੰਧ ਵਿਸ਼ਵਾਸ ਦੇ ਮੁਦਈਆਂ ਦੀ ਕਲਈ ਜਨਤਾ ਦੇ ਸਾਹਮਣੇ ਖੋਲੀ ਗਈ ਹੈ। ਜਿਹਾ ਕਿ ਮੱਕੇ ਵਿੱਚ ਕਾਬੇ ਵੱਲ ਪਿਆਰ ਕਰਨ ਤੇ ਉਸ ਮਕਾਨ ਤੇ ਖੁਦਾ ਦਾ ਘਰ ਮੰਨਣ ਦੇ ਹਾਮੀਆਂ ਦੇ ਇਤਰਾਜ਼ ਕਰਨ ਤੇ ਉਹਨਾਂ ਨਾਲ ਕਹਿਣਾ ਕਿ ਜਿੱਧਰ ਖੁਦਾ ਦਾ ਘਰ ਨਹੀਂ, ਉਧਰ ਮੇਰੇ ਪੈਰ ਕਰ ਦਿਓ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ। ਇਸੇ ਤਰ੍ਹਾਂ ਹੀ ਹਰਿਦੁਆਰ ਪੁੱਜੇ ਸੂਰਜ ਨੂੰ ਪਾਣੀ ਦੇ ਰਹੇ ਪਾਂਡਿਆਂ ਦੇ ਉਲਟ ਲਹਿੰਦੇ ਪਾਣੀ ਸੁੱਟਣਾ ਸ਼ੁਰੂ ਕਰ ਦੇਣਾ। ਜਦ ਪਾਂਡਿਆਂ ਪੁੱਛਿਆ ਕਿ ਤੁਸੀਂ ਇਸ ਪਾਸੇ ਕਿਉਂ ਸੁੱਟ ਰਹੇ ਹੋ, ਤਾਂ ਆਪ ਨੇ ਪੁੱਛਿਆ ਕਿ ਤੁਸੀਂ ਚੜ੍ਹਦੇ ਵੱਲ ਕਿਉਂ ਸੁੱਟ ਰਹੇ ਹੋ। ਜਦ ਅੰਧ ਵਿਸ਼ਵਾਸ ਦੇ ਮੁਦਈਆਂ ਪਾਂਡਿਆਂ ਨੇ ਕਿਹਾ ਕਿ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਤਾਂ ਆਪ ਨੇ ਫਰਮਾਇਆ ਕਿ ਮੈਂ ਆਪਣੇ ਪੰਜਾਬ ਵਿੱਚ ਬੀਜੇ ਹੋਏ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਤਾਂ ਬ੍ਰਾਹਮਣਾਂ ਨੇ ਹੱਸ ਕੇ ਕਿਹਾ, ਭੋਲਿਆ, ਕਦੀ ਇੰਨੀ ਦੂਰ ਵੀ ਪਾਣੀ ਪੁੱਜ ਸਕਦਾ ਹੈ। ਤਾਂ ਆਪ ਨੇ ਉੱਤਰ ਦਿੱਤਾ, ਜੇ ਇੱਥੋਂ ਦਾ ਪਾਣੀ
ਪੰਜਾਬ ਨਹੀਂ ਪੁੱਜ ਸਕਦਾ ਤਾਂ ਸੂਰਜ ਨੂੰ ਕਿਸ ਤਰ੍ਹਾਂ ਪੁੱਜੇਗਾ। ਇਹ ਕੌਤਕ ਤੱਕ ਜਨਤਾ ਨੂੰ ਸਮਝ ਆਈ ਕਿ ਉਹ ਕਿਸ ਤਰ੍ਹਾਂ ਅੰਧ ਵਿਸ਼ਵਾਸ ਦਾ ਸ਼ਿਕਾਰ ਹੋ ਰਹੇ ਨੇ। ਇਸੇ ਤਰ੍ਹਾਂ ਹੀ ਜਦੋਂ ਆਪ ਕਰਤਾਰਪੁਰ ਆ ਟਿਕੇ ਤਾਂ ਅਚਲ ਬਟਾਲੇ ਦਾ ਮੇਲਾ ਸੀ। ਜਗਤ ਉਧਾਰ ਲਈ ਉੱਥੇ ਪੁੱਜੇ। ਉੱਥੇ ਕਈ ਇੱਕ ਭੇਖਧਾਰੀ ਆਮ ਜਨਤਾ ਦੀ ਸਾਦਗੀ ਤੋਂ ਫਾਇਦਾ ਉਠਾ ਲੋਕਾਂ ਨੂੰ ਭੋਲੇ ਨੂੰ ਪੂਜਾ ਕਰਵਾ ਰਹੇ ਸਨ। ਇੱਥੋਂ ਤੱਕ ਕਿ ਇੱਕ ਭਗੌਤੀ ਭੇਖ ਦਾ ਫਕੀਰ ਅੱਖਾਂ ਮੀਟ ਤਰਲੋਕੀ ਦੀ ਖਬਰ ਲਿਆ ਰਿਹਾ ਹੋਣ ਦਾ ਪ੍ਰਭਾਵ ਪਾ ਰਿਹਾ ਸੀ। ਉਸਨੇ ਸਾਹਮਣੇ ਸ਼ਰਧਾਲੂਆਂ ਦੇ ਭੇਟ ਦੇ ਪੈਸੇ ਪਾਉਣ ਲਈ ਇੱਕ ਲੋਟਾ ਰੱਖਿਆ ਹੋਇਆ ਸੀ। ਗੁਰੂ ਬਾਬਾ ਜੀ ਨੇ ਸਹਿਜ ਨਾਲ ਉਹ ਲੋਟਾ ਚੁੱਕ ਕੇ ਸਾਧੂ ਦੇ ਪਿਛਲੇ ਬੰਨੇ ਰੱਖ ਦਿੱਤਾ। ਜਾਂ ਕੁਝ ਮਿੰਟਾਂ ਬਾਅਦ ਸਾਧ ਨੇ ਅੱਖ ਖੋਲੀ ਤਾਂ ਲੋਟਾ ਗੁੰਮ ਹੋਇਆ ਵੇਖ ਕੇ ਘਬਰਾ ਗਿਆ। ਗੁਰੂ ਬਾਬਾ ਜੀ ਜੋ ਕੋਲ ਹੀ ਬੈਠੇ ਸਨ, ਸਾਧ ਨੂੰ ਘਬਰਾਇਆ ਵੇਖ ਕੇ ਬੋਲੇ ਕਿ ਤ੍ਰਿਲੋਕੀ ਦੀ ਖਬਰ ਲਿਆਉਣ ਵਾਲੇ, ਕੀ ਤੈਨੂੰ ਆਪਣੇ ਲੋਟੇ ਦੀ ਖਬਰ ਨਹੀਂ ਕਿ ਕਿੱਥੇ ਹੈ। ਸਾਧ ਦੇ ਇਰਦ ਗਿਰਦ ਜੁੜੇ ਹੋਏ ਭਗਤਾਂ ਨੂੰ ਇਸ ਕੌਤਕ ਨਾਲ ਸਮਝ ਆ ਗਈ ਕਿ ਅੱਖਾਂ ਮੀਟ ਕੇ ਤ੍ਰਿਲੋਕੀ ਦੀ ਖਬਰ ਲਿਆਉਣ ਵਾਲਾ ਸਾਧ ਅਸਲ ਵਿੱਚ ਪੂਜਾ ਲੈਣ ਦਾ ਢੋਂਗ ਹੀ ਕਰ ਰਿਹਾ ਹੈ। ਕਿੱਥੋਂ ਤੱਕ ਦੱਸਿਆ ਜਾਏ, ਸਾਰੀ ਗੱਲ ਦਾ ਸਾਰ ਇਹ ਹੈ ਕਿ ਜਗਤ ਨੂੰ ਸ਼ਾਹੀ ਰਸਤੇ ਤੋਂ ਉਖੜੇ ਜੀਵਨ ਦੀਆਂ ਔਜੜਾਂ ਪਗਡੰਡੀਆਂ ਵਿੱਚ ਪਰਮਾਂਦੇ ਨੂੰ ਤੱਕ ਕੇ ਗੁਰੂ ਨਾਨਕ ਬਾਬਾ ਜੀ ਨੇ ਔਰ ਬਾਕੀ 10 ਗੁਰੂ ਜਿਹੜੇ ਹੋਏ ਹਨ, ਅਕਲੀ ਆਗਿਆ ਨਾਲ ਗੁਰਮਤ ਦਾ ਗਾੜੀ ਰਸਤਾ ਉਸਦੇ ਸਾਹਮਣੇ ਰੱਖਿਆ। ਇਸ ਵਿੱਚ ਉਧਾਰ ਦੀ ਵਰਤੋਂ ਨਹੀਂ, ਸਗੋਂ ਜੀਵਨ ਮੁਕਤ ਦਾ ਨਗਦ ਸੌਦਾ ਰੱਖਿਆ। ਇਸ ਤੇ ਤੁਰਨ ਲਈ ਅੰਧ ਵਿਸ਼ਵਾਸ ਦੇ ਹਨੇਰੇ ਕਰਕੇ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ, ਸਗੋਂ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁਝੀਏ ਅਕਲੀ ਕੀਜੇ ਦਾਨ। ਤੋਂ ਅਕਲੀ ਸਾਹਿਬ ਸੇਵਦਿਆਂ ਹੀ ਮਾਨ ਦੀ ਪ੍ਰਾਪਤੀ ਹੁੰਦੀ ਹੈ। ਤੋ ਅੱਜ ਅਸੀਂ ਜੋ ਵਿਚਾਰ ਕੀਤੀ ਹੈ ਉਹਦੇ ਤੇ ਇਹੀ ਹੈ ਕਿ ਜੀਵਨ ਨੂੰ ਸਹੀ ਅਗਰ ਮਾਰਗ ਤੇ ਚਲਾਉਣਾ ਹੈ ਤਾਂ ਉਹ ਗੁਰੂ ਦਾ ਦੱਸੇ ਰਸਤੇ ਦੇ ਉੱਪਰ ਹੀ ਚੱਲਣਾ ਹੈ। ਜੋ ਗੁਰ ਦੱਸੇ ਵਾਟ ਮੁਰੀਦਾ ਜੋ ਲੀਏ। ਤੋ ਸਮਾਂ 3-4 ਮਿੰਟ ਉੱਪਰ ਹੋ ਗਿਆ, ਆਪ ਤੋਂ ਖਿਮਾ ਮੰਗਦਾ ਹਾਂ। ਵਿਚਾਰ ਕਰਦੇ ਹੋਏ ਅਨੇਕਾਂ ਗਲਤੀਆਂ ਦੀ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।